हाँ जी बई, सत श्री अकाल साਰਿਆਂ ਨੂੰ। ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ। ਤੇ ਆਪਾਂ ਕਰਦੇ ਪਏ ਸੀ ਪੰਜਾਬੀ ਦੀ ਟ੍ਰਿਪਲ ਏ ਦੀ ਬੁੱਕ ਪੂਰੀ ਦੀ ਪੂਰੀ ਰੀਡ, ਕਿਉਂਕਿ ਕਾਫੀ ਬੱਚਿਆਂ ਕੋਲੇ ਨਹੀਂ ਸੀ ਹੈਗੀ ਤੇ ਇਹ ਬੱਚਿਆਂ ਦੀ ਡਿਮਾਂਡ ਤੇ ਜਿਹੜਾ ਵਾ ਰੀਡ ਕਰਵਾਈ ਜਾ ਰਹੀ ਹੈ। ਇਹ ਬੁੱਕ ਜਿਹੜੀ ਆ ਬਹੁਤ ਇੰਪੋਰਟੈਂਟ ਆ ਪੀਐਸ ਟੈਟ ਦੇ ਪੇਪਰ ਵਾਸਤੇ, ਚਾਹੇ ਤੁਸੀਂ ਪੇਪਰ 1 ਦੇ ਰਹੇ ਹੋ ਚਾਹੇ ਤੁਸੀਂ ਪੇਪਰ 2 ਦੇ ਰਹੇ ਹੋ। ठीक है, तो आप पहुँच चुके हैं तीजे चैप्टर ते। तीजा चैप्टर साडा हैगा वा सुनन बोलण दी भूमिका, भाषा दे कारज अते बच्चे इस नूं एक साधन दे रूप विच किवें वरतदे हन। ठीक है, इस तो पहला आपां 2 चैप्टर कवर कर चुके हैं पंजाबी पैडागोजी दे। ठीक है, तो प्लेलिस्ट भी नाल दी नाल बनदी जा रही है, तो बाकी दियां वीडियो भी जरूर चैक करते जाना, सीक्वेंस वाइज चली जाना मेरे नाल। ठीक है, तो अज अपना हैगा वा पहला आपां करांगे भाषा सिक्ख्या दे पद्धर। ठीक है, ਕਹਿੰਦੇ ਕਿ ਭਾਸ਼ਾ ਸਿੱਖਿਆ ਦੇ 4 ਮੁੱਖ ਪੱਧਰ ਜਿਹੜੇ ਮੰਨੇ ਜਾਂਦੇ ਆ, ਸੁਣਨਾ ਤੇ ਸਮਝਣਾ, ਬੋਲਣਾ, ਪੜ੍ਹਨਾ ਤੇ ਲਿਖਣਾ। ਠੀਕ ਆ, ਫਿਰ ਇਹ ਕਹਿੰਦੇ ਆ ਭਾਸ਼ਾ ਸਿੱਖਿਆ ਰਾਹੀਂ ਇਹਨਾਂ 4 ਪੱਧਰਾਂ ਦੇ ਅਨੁਸਾਰ ਹੇਠ ਲਿਖੇ 4 ਕੌਸ਼ਲ ਵਿਦਿਆਰਥੀਆਂ ਵਿੱਚ ਪੈਦਾ ਕਰਨੇ ਚਾਹੀਦੇ ਹਨ। ਕਹਿੰਦੇ ਪਹਿਲੀ ਗੱਲ ਤਾਂ ਸੁਣਨ ਕੌਸ਼ਲ ਭਾਵ ਸੁਣਨ ਦੀ ਯੋਗਤਾ ਪੈਦਾ ਕਰਨਾ। ਮਤਲਬ ਕਿ ਸੁਣਨ ਦਾ ਮਤਲਬ ਇਹ ਹੁੰਦਾ ਵਾ ਕਿ ਹੁਣ ਸੁਣਨ ਦਾ ਮਤਲਬ ਕੀ ਆ ਵੀ ਜਿਵੇਂ ਆ ਵੀ ਮੰਨ ਲਓ ਮੈਂ ਕੋਈ ਚੀਜ਼ ਸੁਣ ਰਹੀ ਹਾਂ ਤੇ ਮੈਂ ਉਹਨੂੰ ਸਮਝ ਨਹੀਂ ਰਹੀ, ਸੁਣ ਕੇ ਉਹਨੂੰ ਆਪਾਂ ਸੁਣਨਾ ਨਹੀਂ ਕਵਾਂਗੇ। ਸੁਣਨਾ ਆਪਾਂ ਕਿਹਨੂੰ ਕਵਾਂਗੇ? ਜੇਕਰ ਆਪਾਂ ਸੁਣ ਕੇ ਨਾਲ ਉਹਨੂੰ ਸਮਝ ਵੀ ਰਹੇ ਹਾਂ। ਠੀਕ ਹੈ, ਇਹਦਾ ਮਤਲਬ ਹੁੰਦਾ ਵਾ ਸੁਣਨਾ। ਫਿਰ ਕਹਿੰਦੇ ਆ ਕਿ ਮੌਖਿਕ ਪ੍ਰਗਟਾ ਕੌਸ਼ਲ ਭਾਵ ਬੋਲਣ ਦੀ ਯੋਗਤਾ ਪੈਦਾ ਕਰਨਾ। ਮਤਲਬ ਕਿ ਬੱਚੇ ਅੰਦਰ ਬੋਲਣ ਦੇ ਜਿਹੜੀਆਂ ਭਾਵਨਾਵਾਂ ਪੈਦਾ ਕਰਨੀਆਂ। ਮਤਲਬ ਇਹ ਨਹੀਂਗਾ ਕਿ ਮਤਲਬ ਕਲਾਸ ਦੇ ਵਿੱਚ ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਦੇਣੇ ਆ। ਵੀ ਏਦਾਂ ਨਹੀਂ ਕਰਨਾ ਕਿ ਬੱਚੇ ਨੂੰ ਡਰਾਉਣਾ ਧਮਕਾਉਣਾ ਨਹੀਂ ਹੈ ਕਿ ਬੱਚਾ ਕਲਾਸ ਵਿੱਚ ਗੁੰਮ ਗੁਲਾਟਿਆ ਬੈਠਾ ਰਵੇ, ਹਨਾ। ਵਾਚਨ ਕੌਸ਼ਲ ਭਾਵ ਪੜ੍ਹਨ ਦੀ ਯੋਗਤਾ ਪੈਦਾ ਕਰਨਾ। ਮਤਲਬ ਰੀਡਿੰਗ ਵੱਧ ਤੋਂ ਵੱਧ ਬੱਚਾ ਰੀਡਿੰਗ ਕਰਕੇ ਪੜ੍ਹ ਸਕੇ, ਏਦਾਂ ਦੇ ਮੌਕੇ ਦੇਣਾ। ਲਿਖਤ ਕੌਸ਼ਲ ਭਾਵ ਲਿਖਣ ਦੀ ਯੋਗਤਾ ਪੈਦਾ ਕਰਨਾ। ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹਦਾ ਇੱਕ ਵੱਖਰਾ ਅਨੁਪਾਤ ਆ। ਲਿਖਣਾ ਵੀ ਓਨਾ ਜ਼ਰੂਰੀ ਆ, ਪੜ੍ਹਨਾ ਵੀ ਓਨਾ ਜ਼ਰੂਰੀ ਆ, ਮੌਖਿਕ ਕਾਰਜ ਓਨਾ ਹੀ ਜ਼ਰੂਰੀ ਆ। ਠੀਕ ਆ, ਉਸ ਤੋਂ ਬਾਅਦ ਇਹ ਕਹਿੰਦੇ ਆ ਇਹਨਾਂ 4 ਪੱਧਰਾਂ ਵਿੱਚ ਸੁਣਨਾ ਅਤੇ ਸਮਝਣਾ ਸਭ ਤੋਂ ਪਹਿਲੇ ਸਥਾਨ ਤੇ ਬੋਲਣਾ। ਠੀਕ ਹੈ, ਧਿਆਨ ਨਾਲ ਸੁਣਿਓ। ਕਹਿੰਦੇ ਇਹਨਾਂ 4 ਪੱਧਰਾਂ ਵਿੱਚ ਸੁਣਨਾ ਤੇ ਸਮਝਣਾ ਸਭ ਤੋਂ ਪਹਿਲਾਂ। ਠੀਕ ਹੈ, ਜੇਕਰ ਇਹਨਾਂ ਦਾ ਸੀਕੁਐਂਸ ਪੁੱਛਿਆ ਜਾਵੇ, ਸੁਣਨਾ ਤੇ ਸਮਝਣਾ ਪਹਿਲੇ ਸਥਾਨ ਤੇ, ਬੋਲਣਾ ਦੂਜੇ ਸਥਾਨ ਤੇ ਪੜ੍ਹਨਾ ਤੀਜੇ ਸਥਾਨ ਤੇ ਲਿਖਣਾ ਚੌਥੇ ਸਥਾਨ ਤੇ ਆਊਗਾ। ਠੀਕ ਹੈ, ਬਸ ਇੱਥੋਂ ਸਾਡੇ ਕੁਐਸਚਨ ਬਣ ਜਾਂਦੇ ਆ। ਕਹਿੰਦੇ ਆ 4 ਪੱਧਰਾਂ ਦਾ ਆਪਸ ਵਿੱਚ ਬਹੁਤ ਨੇੜੇ ਦਾ ਸੰਬੰਧ ਹੈ ਤੇ ਇੱਕ ਦਾ ਕਾਰਜ ਦੂਜੇ ਉੱਤੇ ਨਾ ਕੇਵਲ ਆਧਾਰਿਤ ਹੀ ਹੈ, ਸਗੋਂ ਆਪਸ ਵਿੱਚ ਇੱਕ ਦੂਸਰੇ ਦੀ ਸਹਾਇਤਾ ਵੀ ਕਰਦਾ ਹੈ। ਬੱਚੇ ਦੇ ਵਿਕਾਸ ਦੇ ਨਾਲ ਨਾਲ ਇਹਨਾਂ 4 ਯੋਗਤਾਵਾਂ ਦਾ ਵੀ ਵਿਕਾਸ ਹੁੰਦਾ ਜਾਂਦਾ ਹੈ। ਇਸ ਲਈ ਭਾਸ਼ਾ ਸਿੱਖਿਆ ਦਾ ਸਭ ਤੋਂ ਪਹਿਲਾ ਪੜਾਅ ਉਸ ਨੂੰ ਸੁਣਨਾ ਅਤੇ ਸਮਝਣਾ ਹੈ। ਨਿੱਕੇ ਬੱਚੇ ਦੀ ਭਾਸ਼ਾ ਸਿੱਖਿਆ ਇੱਥੋਂ ਹੀ ਸ਼ੁਰੂ ਹੁੰਦੀ ਹੈ। ਬੱਚਾ ਆਪਣੇ ਆਲੇ ਦੁਆਲੇ ਤੋਂ ਸ਼ਬਦ ਸੁਣਦਾ ਹੈ, ਸਮਝਦਾ ਹੈ ਤੇ ਫਿਰ ਉਹਨਾਂ ਨੂੰ ਬੋਲਣਾ ਸਿੱਖਦਾ ਹੈ। ਸੁਣਨ ਅਤੇ ਸਮਝਣ ਦਾ ਕੰਮ ਨਾਲੋਂ ਨਾਲ ਚੱਲਦਾ ਰਹਿੰਦਾ ਹੈ। ਛੋਟਾ ਬੱਚਾ ਆਪਣੇ ਆਲੇ ਦੁਆਲੇ ਵਿੱਚੋਂ ਭਾਂਤ ਦੀਆਂ ਆਵਾਜ਼ਾਂ ਸੁਣ ਕੇ ਆਪਣੇ ਤਜਰਬੇ ਦੇ ਘੇਰੇ ਨੂੰ ਵਿਸ਼ਾਲ ਬਣਾਉਂਦਾ ਹੈ। ਆਰੰਭ ਵਿੱਚ ਭਾਵੇਂ ਉਸ ਕੋਲ ਬੋਲਣ ਦੀ ਸਮਰੱਥਾ ਨਹੀਂ ਹੁੰਦੀ, ਪਰੰਤੂ ਉਹ ਸਾਡੀ ਬੋਲੀ ਗਈ ਹਰੇਕ ਗੱਲ ਨੂੰ ਸੁਣਦਾ ਹੈ, ਸਮਝਦਾ ਹੈ ਅਤੇ ਉਸ ਦੇ ਅਨੁਸਾਰ ਆਪਣਾ ਪ੍ਰਤੀਕਰਮ ਪ੍ਰਗਟਾਉਂਦਾ ਹੈ। ਪਰੰਤੂ ਇੱਥੇ ਇਹ ਗੱਲ ਵੀ ਧਿਆਨ ਰੱਖਣ ਯੋਗ ਹੈ ਕਿ ਠੀਕ ਸੁਣਨ ਲਈ ਲੋੜੀਂਦੀ ਸੁਣਨ ਸ਼ਕਤੀ ਦਾ ਵੀ ਹੋਣਾ ਜ਼ਰੂਰੀ ਹੈ ਕਿ ਅਰੋਗ ਕੰਨਾਂ ਦੀ ਮੰਗ ਕਰਦੀ ਹੈ। ਇਸ ਲਈ ਬੱਚੇ ਦੇ ਕੰਨ ਬੇਨੁਕਸ ਹੋਣੇ ਚਾਹੀਦੇ ਹਨ ਤਾਂ ਜੋ ਹਰ ਪ੍ਰਕਾਰ ਦੀ ਆਵਾਜ਼ ਦਾ ਉਤਰਾਅ ਚੜਾਅ ਭਲੀ ਭਾਂਤ ਸਮਝਿਆ ਜਾ ਸਕੇ। ਇਸ ਲਈ ਸੁਣਨ ਬੋਲਣ ਦੀ ਸਿੱਖਿਆ ਦਾ ਬਹੁਤ ਮਹੱਤਵਪੂਰਨ ਅੰਗ ਹੈ। ਹੋਪ ਸੋ ਤੁਹਾਨੂੰ ਇਹ ਸਮਝ ਆ ਚੁੱਕੀ ਹੋਊਗੀ ਪੂਰੀ। ਤੇ ਅੱਗੇ ਆਪਾਂ ਪੜਾਂਗੇ ਕਿ ਸੁਣਨ ਦਾ ਅਰਥ ਕੀ ਆ। ਦੇਖੋ ਇਹ ਕੀ ਕਹਿੰਦੇ ਆ, ਕਹਿੰਦੇ ਭਾਸ਼ਾ ਸਿੱਖਿਆ ਵਿੱਚ ਸੁਣਨ ਤੋਂ ਭਾਵ ਹੈ ਧਿਆਨ ਨਾਲ ਸੁਣ ਕੇ ਉਸਨੂੰ ਸਮਝਣਾ। ਜਿਹੜੀ ਗੱਲ ਮੈਂ ਤੁਹਾਨੂੰ ਕਹਿ ਚੁੱਕੀ ਆ ਵੀ ਸੁਣਨ ਦਾ ਮਤਲਬ ਕੀ ਆ, ਵੀ ਜੇਕਰ ਅਸੀਂ ਸੁਣ ਕੇ ਸਮਝਿਆ, ਜੇਕਰ ਅਸੀਂ ਸੁਣ ਕੇ ਸਮਝਿਆ ਨਹੀਂ ਤੇ ਉਹਨੂੰ ਅਸੀਂ ਸੁਣਨਾ ਨਹੀਂ ਕਹਿ ਸਕਦੇ। ਆਹ ਦੇਖੋ ਇਹੀ ਚੀਜ਼ ਇਹ ਕਹਿ ਰਿਹਾ, ਕਹਿੰਦੇ ਜੇਕਰ ਕੋਈ ਵਿਅਕਤੀ ਸੁਣ ਸਕਦਾ ਪਰੰਤੂ ਉਸਨੂੰ ਸਮਝ ਨਹੀਂ ਸਕਦਾ ਤਾਂ ਇਸ ਕਿਰਿਆ ਨੂੰ ਸੁਣਨਾ ਨਹੀਂ ਕਿਹਾ ਜਾ ਸਕਦਾ। ਕਹਿੰਦੇ ਜਿਵੇਂ ਜੇ ਕੋਈ ਅੰਗਰੇਜ਼ੀ ਬੋਲਣ ਵਾਲੇ ਨੂੰ ਸੁਣ ਤਾਂ ਰਿਹਾ ਪਰ ਉਸਦੀ ਕਹੀ ਗੱਲ ਨੂੰ ਸਮਝ ਨਹੀਂ ਰਿਹਾ ਤਾਂ ਸਮਝ ਨਹੀਂ ਸਕਦਾ, ਤਾਂ ਅਸੀਂ ਇਸ ਕਿਰਿਆ ਨੂੰ ਸੁਣਨਾ ਨਹੀਂ ਕਹਿ ਸਕਦੇ, ਕਿਉਂਕਿ ਭਾਸ਼ਾ ਵਿੱਚ ਸੁਣਨ ਤੋਂ ਭਾਵ ਹੈ ਸੁਣ ਕੇ ਸਮਝਣ ਤੋਂ ਲਿਆ ਜਾਂਦਾ ਹੈ ਕਿ ਸੁਣਨ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਹੋ ਸਕੇ। ਭਾਸ਼ਾ ਸਿੱਖਿਆ ਦੇ ਸੰਦਰਭ ਵਿੱਚ ਸੁਣਨ ਕਿਰਿਆ ਵਿੱਚ ਸਮਝਣ ਦੀ ਕਿਰਿਆ ਵੀ ਸਮਾਈ ਹੁੰਦੀ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸੁਣਨ ਅਤੇ ਸਮਝਣ ਦੀਆਂ ਕਿਰਿਆਵਾਂ ਅਸਲ ਵਿੱਚ ਇੱਕੋ ਕਿਰਿਆ ਸੁਣਨ ਦੇ
ਦੋ ਜੁੜੇ ਇੱਕੋ ਕਿਰਿਆ ਸੁਣਨ ਦੇ ਦੋ ਜੁੜੇ ਹੋਏ ਹਿੱਸੇ ਹਨ ਜਿਨ੍ਹਾਂ ਦਾ ਨਿਖੇੜਾ ਨਹੀਂ ਕੀਤਾ ਜਾ ਸਕਦਾ। ਠੀਕ ਆ, ਇਹ ਸਾਰੇ ਪੁਆਇੰਟ ਬਸ ਨੀਚੇ ਵਾਲੀਆਂ ਲਾਈਨਾਂ ਦੇ ਵਿੱਚ ਵੀ ਇਹਨਾਂ ਨੇ ਇਹੀ ਸਾਨੂੰ ਕਹਿਣ ਦੀ ਕੋਸ਼ਿਸ਼ ਕੀਤੀ ਆ। ਅੱਗੇ ਆ ਜਾਂਦਾ ਵਾ ਸਾਡਾ ਸੁਣਨ ਦਾ ਮਹੱਤਵ। ਕਹਿੰਦੇ ਅਸੀਂ ਸਾਰੇ ਜਾਣਦੇ ਹਾਂ ਕਿ ਪੁਰਾਣੇ ਸਮੇਂ ਵਿੱਚ ਭਾਸ਼ਾ ਦਾ ਸਰੂਪ ਪੜ੍ਹਨ ਤੇ ਲਿਖਣ ਤੱਕ ਵਿਕਸਿਤ ਨਹੀਂ ਸੀ ਹੋਇਆ, ਤਦ ਬਹੁਤ ਕੰਮ ਬੋਲਣ ਤੇ ਸਮਝਣ ਤੱਕ ਹੀ ਸੀਮਤ ਹਨ। ਪ੍ਰਾਚੀਨ ਮਨੁੱਖ ਆਪਣੀਆਂ ਸਾਰੀਆਂ ਸਰੀਰਕ ਸ਼ਕਤੀਆਂ ਨੂੰ ਇਕੱਠਾ ਕਰਕੇ ਕੁਝ ਬੋਲਦਾ ਸੀ ਤਾਂ ਉਸ ਦੇ ਸਾਥੀ ਉਸ ਦੇ ਕੁਝ ਅਰਥ ਲੈਂਦੇ ਸਨ, ਜੋ ਕਿ ਸਮੇਂ ਵਿੱਚ ਅਨਪੜ੍ਹਾਂ ਦੀ ਭਾਸ਼ਾ ਕਿਰਿਆ ਬੋਲਣ, ਸੁਣਨ ਅਤੇ ਸਮਝਣ ਤੱਕ ਹੀ ਸੀਮਤ ਹੈ। ਛੋਟੇ ਬੱਚੇ ਦੀ ਭਾਸ਼ਾ ਸਿੱਖਿਆ ਵੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਸੁਣਨ ਤੇ ਸਮਝਣ ਦਾ ਕੰਮ ਨਾਲੋਂ ਨਾਲ ਚੱਲਦਾ ਰਹਿੰਦਾ ਹੈ, ਇਸ ਲਈ ਇਹ ਬਹੁਤ ਮਹੱਤਵਪੂਰਨ ਹੈ। ਅਸੀਂ ਸਮਾਜਿਕ ਤੇ ਰਾਜਨੀਤਿਕ ਖੇਤਰ ਵਿੱਚ ਵੀ ਅਜਿਹੇ ਸਫਲ ਵਿਅਕਤੀ ਦੇਖਦੇ ਹਾਂ ਜਿਨ੍ਹਾਂ ਨੇ ਸਿਰਫ ਸੁਣ ਸੁਣਾ ਕੇ ਲੋਕਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ। ਮਤਲਬ ਇੱਥੇ ਸਾਨੂੰ ਕਹਿਣ ਦੀ ਕੋਸ਼ਿਸ਼ ਕਰ ਰਹੇ ਆ, ਕਈ ਵਿਅਕਤੀ ਬੜੇ ਚੰਗੇ ਬੁਲਾਰੇ ਹੁੰਦੇ ਆ। ਮਤਲਬ ਕਈ ਲੋਕੀ ਹੁਣ ਜਿੱਦਾਂ ਪਬਲਿਕ ਪਲੇਸ ਤੇ ਕੋਈ ਇੰਟਰਵਿਊ ਹੋਵੇ ਹਨਾ, ਜਿੱਦਾਂ ਕੋਈ ਪੱਤਰਕਾਰ ਆ ਜਾਂਦੇ ਆ ਹਨਾ, ਕੋਈ ਨਾ ਕੋਈ ਹੋਈ ਹੋਵੇ ਘਟਨਾ ਤੇ ਕੋਈ ਪੱਤਰਕਾਰ ਆ ਜੇ, ਰਿਪੋਰਟਰ ਆ ਜੇ ਹਨਾ, ਤੇ ਕਈ ਲੋਕੀ ਕੈਮਰੇ ਸਾਹਮਣੇ ਬਹੁਤ ਸੋਹਣਾ ਬੋਲ ਰਹਿੰਦੇ ਆ ਤੇ ਕਈ ਕਹਿ ਨਹੀਂ ਦਿੰਦੇ ਮੈਂ ਨਹੀਂ ਕਦੀ ਬੋਲਿਆ, ਜਾਂ ਇਹਨੂੰ ਕਹਿ ਦੋ ਇਹ ਬੋਲਦੇ ਹਨਾ, ਐਵੇਂ ਕਰਕੇ। ਮਤਲਬ ਕਈ ਬਹੁਤ ਸੋਹਣਾ ਬੋਲ ਲੈਂਦੇ ਆ ਕੈਮਰੇ ਦੇ ਸਾਹਮਣੇ, ਕਈ ਚੰਗੇ ਬੁਲਾਰੇ ਹੁੰਦੇ ਆ ਤੇ ਕਈ ਜਿਹੜਾ ਵਾ ਆਪਣੀ ਗੱਲ ਨੂੰ ਲਿਖ ਕੇ ਵਧੀਆ ਜਿਹੜਾ ਵਾ ਇੱਕ ਦੂਜੇ ਤੱਕ ਪਹੁੰਚਾ ਸਕਦੇ ਆ। ਬਸ ਇਹੀ ਚੀਜ਼ ਇਹਨਾਂ ਨੇ ਸਾਨੂੰ ਕਹਿਣ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹ ਕਹਿੰਦੇ ਆ ਪ੍ਰਭਾਵਸ਼ਾਲੀ ਸੁਣਨ ਦੀਆਂ ਸ਼ਰਤਾਂ ਕੀ ਆ। ਆਪਾਂ ਮੋਟਾ ਇਹਨਾਂ ਨੂੰ ਪੜ੍ਹ ਲੈਂਦੇ ਆ। ਤੇ ਕਹਿੰਦੇ ਆ ਪ੍ਰਭਾਵਸ਼ਾਲੀ ਸੁਣਨ ਲਈ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਜੋ ਕੁਝ ਵੀ ਸੁਣਿਆ ਹੋਵੇ ਜਾਂ ਪੂਰੀ ਤਰ੍ਹਾਂ ਸਮਝਿਆ ਜਾਵੇ। ਅਣਸੁਣੀ ਗੱਲ ਹਮੇਸ਼ਾ ਅਧੂਰੀ ਰਹਿੰਦੀ ਹੈ। ਸਮਝਣ ਤੋਂ ਬਿਨਾਂ ਸੁਣਨ ਦਾ ਕੋਈ ਲਾਭ ਨਹੀਂ। ਇਸ ਲਈ ਮਾਤਾ ਪਿਤਾ ਅਤੇ ਅਧਿਆਪਕ ਦਾ ਇਹ ਕਰਤੱਵ ਹੈ ਕਿ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਬੱਚਾ ਜੋ ਕੁਝ ਸੁਣਦਾ ਹੈ ਉਸਨੂੰ ਸਮਝਦਾ ਹੈ ਜਾਂ ਨਹੀਂ। ਇਸ ਤੋਂ ਇਹ ਅਰਥ ਵੀ ਨਿਕਲਦਾ ਹੈ ਕਿ ਕਈ ਗੱਲ ਬੱਚੇ ਦੇ ਪੱਧਰ ਦੇ ਅਨੁਕੂਲ ਹੋਣੀ ਚਾਹੀਦੀ ਹੈ। ਛੋਟੇ ਬੱਚੇ ਨੂੰ ਇੱਕਦਮ ਕੋਈ ਮੁਸ਼ਕਲ ਗੱਲ ਕਹਿਣੀ ਜਾਂ ਸਮਝਾਉਣੀ ਨਹੀਂ ਚਾਹੀਦੀ। ਉਸ ਨੂੰ ਉਹ ਕੁਝ ਵੀ ਸੁਣਾਉਣਾ ਚਾਹੀਦਾ ਹੈ ਜੋ ਉਹ ਸੌਖੇ ਰੂਪ ਵਿੱਚ ਸਮਝ ਸਕੇ। ਠੀਕ ਆ, ਸੌਰੀ, ਠੀਕ ਹੈ। ਇਸ ਲਈ ਪ੍ਰਭਾਵਸ਼ਾਲੀ ਸੁਣਨ ਲਈ ਕਹੀ ਹੋਈ ਗੱਲ ਬੱਚੇ ਦੇ ਪੱਧਰ ਦੇ ਅਨੁਕੂਲ ਹੋਣੀ ਚਾਹੀਦੀ ਹੈ ਤਾਂ ਕਿ ਬੱਚਾ ਸੁਣ ਕੇ ਉਸ ਨੂੰ ਸਮਝ ਸਕੇ। ਉਸ ਤੋਂ ਬਾਅਦ ਇਹ ਕਹਿੰਦੇ ਆ ਪ੍ਰਭਾਵਸ਼ਾਲੀ ਸੁਣਨ ਲਈ ਦੂਸਰੀ ਸ਼ਰਤ ਇਹ ਹੈ ਕਿ ਬੱਚੇ ਦੁਆਰਾ ਜੋ ਕੁਝ ਵੀ ਸੁਣਿਆ ਜਾਵੇ ਉਹ ਬਿਲਕੁਲ ਠੀਕ ਰੂਪ ਵਿੱਚ ਸੁਣਿਆ ਜਾਵੇ। ਜੇਕਰ ਬੱਚਾ ਸ਼ੁੱਧ ਰੂਪ ਵਿੱਚ ਗੱਲ ਨਹੀਂ ਸੁਣਦਾ ਤਾਂ ਉਸ ਦੀ ਭਾਸ਼ਾ ਵਿੱਚ ਬਹੁਤ ਗਲਤੀਆਂ ਹੋਣਗੀਆਂ ਅਤੇ ਉਹ ਗਲਤ ਭਾਸ਼ਾ ਸਿੱਖੇਗਾ। ਇਸ ਤੋਂ ਇਹ ਵੀ ਅਰਥ ਨਿਕਲਦਾ ਹੈ ਕਿ ਬੱਚੇ ਸਾਹਮਣੇ ਸਹੀ ਅਤੇ ਸ਼ੁੱਧ ਭਾਸ਼ਾ ਦਾ ਹੀ ਪ੍ਰਯੋਗ ਕੀਤਾ ਜਾਵੇ, ਕਿਉਂਕਿ ਬੱਚਾ ਠੀਕ ਸੁਣ ਕੇ ਹੀ ਠੀਕ ਸਮਝ ਸਕੇਗਾ ਅਤੇ ਠੀਕ ਸੁਣਨਾ ਹੀ ਪ੍ਰਭਾਵਸ਼ਾਲੀ ਬਣਦਾ ਹੈ ਜਾਂ ਪ੍ਰਭਾਵਸ਼ਾਲੀ ਸਮਝਣਾ ਹੈ। ਠੀਕ ਹੈ। ਫਿਰ ਕਹਿੰਦੇ ਆ ਪ੍ਰਭਾਵਸ਼ਾਲੀ ਸੁਣਨ ਲਈ ਤੀਸਰੀ ਸ਼ਰਤ ਇਹ ਹੈ ਕਿ ਬੱਚੇ ਦੁਆਰਾ ਜੋ ਕੁਝ ਵੀ ਸੁਣਿਆ ਜਾਵੇ ਉਹ ਉਸਦੇ ਦਿਲ ਤੇ ਚੰਗਾ ਪ੍ਰਭਾਵ ਪਾਵੇ। ਜੇਕਰ ਕੋਈ ਗੱਲ ਸੁਣ ਕੇ ਬੱਚਾ ਡਰ ਜਾਂ ਸਹਿਮ ਜਾਵੇ ਤਾਂ ਇਸ ਨੂੰ ਪ੍ਰਭਾਵਸ਼ਾਲੀ ਸੁਣਨਾ ਨਹੀਂ ਕਿਹਾ ਜਾ ਸਕਦਾ। ਮਤਲਬ ਇਹ ਨਹੀਂ ਹੈਗਾ ਕਿ ਬੱਚਾ LKG UKG ਜਾਂ ਤੀਜੀ ਚੌਥੀ ਕਲਾਸ ਦਾ ਬੱਚਾ ਹੋਵੇ ਤੇ ਤੁਸੀਂ ਉਹਨੂੰ ਹੌਰੀਬਲ ਜੀਆਂ ਖਤਰਨਾਕ ਜੀਆਂ ਭੂਤਾਂ ਚੜੇਲਾਂ ਵਾਲੀਆਂ ਤੁਸੀਂ ਉਹਨੂੰ ਕਹਾਣੀਆਂ ਸੁਣਾਈ ਜਾਂਦੇ ਹੋ ਤੇ ਬੱਚਾ ਉਹਦੇ ਨਾਲ ਡਰੂਗਾ। ਠੀਕ ਆ। ਕਹਿੰਦੇ ਉਪਰੋਕਤ ਸ਼ਰਤਾਂ ਤੋਂ ਬਿਨਾਂ ਮੁੱਖ ਰੂਪ ਵਿੱਚ ਠੀਕ ਸੁਣਨ ਲਈ ਲੋੜੀਂਦੀ ਸੁਣਨ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ। ਇਸ ਕੰਮ ਲਈ ਬੱਚੇ ਦੇ ਸੁਣਨ ਯੰਤਰ ਭਾਵ ਕੰਨ ਬੇਨੁਕਸ ਹੋਣੇ ਚਾਹੀਦੇ ਹਨ। ਇਸ ਪ੍ਰਕਾਰ ਉਹ ਹਰ ਤਰ੍ਹਾਂ ਦੀ ਆਵਾਜ਼ ਅਤੇ ਉਤਰਾਅ ਚੜਾਅ ਨੂੰ ਚੰਗੀ ਤਰ੍ਹਾਂ ਸਮਝ ਸਕੇਗਾ। ਉਸ ਤੋਂ ਬਾਅਦ ਇਹ ਕਹਿੰਦੇ ਆ ਕਿ ਸੁਣਨ ਕੌਸ਼ਲ ਦੇ ਵਿਕਾਸ ਲਈ ਕਿਰਿਆਵਾਂ, ਮਤਲਬ ਏਦਾਂ ਦੇ ਕਿਹੜੇ ਕੰਮ ਕਰਵਾ ਸਕਦੇ ਜਿਹਦੇ ਨਾਲ ਬੱਚਾ ਸੁਣੇ। ਆਪਸੀ ਗੱਲਬਾਤ ਕਰ ਸਕਦੇ ਆ, ਮਾਪੇ ਕਰ ਸਕਦੇ ਆ ਹਨਾ, ਅਧਿਆਪਕ ਕਲਾਸ ਦੇ ਵਿੱਚ ਬੱਚੇ ਨਾਲ ਗੱਲਬਾਤ ਕਰ ਸਕਦਾ। ਇਹ ਬਹੁਤ ਈਜ਼ੀ ਹੈ, ਮੈਂ ਤੁਹਾਨੂੰ ਵੈਸੇ ਸਮਝਾ ਦਿੰਦੀ ਹਾਂ। ਭਾਸ਼ਣ ਹਨਾ, ਕੋਈ ਨਾ ਕੋਈ ਭਾਸ਼ਣ ਦੇਣ ਦੇ ਮੌਕੇ ਬੱਚੇ ਨੂੰ ਦੇ ਸਕਦੇ ਆ। ਕੋਈ ਛੋਟਾ ਬਾਲ ਗੀਤ, ਕੋਈ ਨਿੱਕੀ ਮੋਟੀ ਕੋਈ ਕਹਾਣੀ, ਏਦਾਂ ਕਰਕੇ ਹਨਾ। ਰੇਡੀਓ ਪ੍ਰੋਗਰਾਮ, ਜਿੱਦਾਂ ਰੇਡੀਓ ਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਪ੍ਰਸਾਰਿਤ ਕੀਤੇ ਜਾਂਦੇ ਆ ਬੱਚਿਆਂ ਦੇ ਨਾਲ ਸੰਬੰਧਿਤ ਵੀ। ਹਰ ਐਤਵਾਰ ਬਾਲ ਗੀਤ ਜਿਹੜੇ ਆਉਂਦੇ ਆ, ਜਿਨ੍ਹਾਂ ਦੇ ਘਰ ਰੇਡੀਓ ਹੋਣਗੇ ਉਹਨਾਂ ਨੂੰ ਪਤਾ ਹੋਊਗਾ। ਠੀਕ ਆ। ਭਾਸ਼ਾ ਸਹਾਇਕ ਕਿਰਿਆਵਾਂ, ਭਾਸ਼ਾ ਸਹਾਇਕ ਕਿਰਿਆਵਾਂ ਮਤਲਬ ਜਿਵੇਂ ਕੋਈ ਵਾਦ ਵਿਵਾਦ ਕਰਵਾ ਲਿਆ, ਕੋਈ ਕਵਿਤਾ ਦਾ ਉਚਾਰਨ ਕਰਵਾ ਲਿਆ, ਬੱਚੇ ਨੂੰ ਕਵਿਤਾ ਜ਼ੁਬਾਨੀ ਯਾਦ ਕਰਨ ਲਈ ਕਹਿਣਾ ਤੇ ਬੱਚੇ ਨੇ ਉਹ ਕਵਿਤਾ ਜਿਹੜੀ ਆ ਕਿਸੇ ਹੇਕ ਦੇ ਵਿੱਚ ਬੋਲਣਾ, ਇਹ ਸਾਰਾ ਕੁਝ ਇਹਦੇ ਵਿੱਚ ਆਉਂਦਾ ਵਾ। ਠੀਕ ਆ। ਉਸ ਤੋਂ ਬਾਅਦ ਆ ਜਾਂਦਾ ਬੋਲ ਲਿਖਤ। ਬੋਲ ਲਿਖਤ ਕੀ ਹੁੰਦੀ ਆ? ਬੋਲ ਲਿਖਤ ਦਾ ਮਤਲਬ ਹੁੰਦਾ ਵਾ ਜਿਹਨੂੰ ਅਸੀਂ ਸਧਾਰਨ ਭਾਸ਼ਾ ਵਿੱਚ ਜ਼ਬਾਨੀ ਲਿਖਾਈ ਕਹਿ ਦਿੰਦੇ ਜਾਂ ਮਲਾਹ ਵੀ ਕਹਿੰਦੇ ਆ। ਏਦਾਂ ਦੇ ਸ਼ਬਦ ਸਾਨੂੰ ਪੁੱਛ ਲਏ ਜਾਂਦੇ। ਅੱਜ ਤੱਕ ਤਾਂ ਅਸੀਂ ਬੋਲ ਲਿਖਤ ਨੂੰ ਕਹਿੰਦੇ ਆ ਨਾ ਵੀ ਡਿਕਟੇਸ਼ਨ ਆ ਹਨਾ। ਤੇ ਡਿਕਟੇਸ਼ਨ ਮਤਲਬ ਜਿਹਦੇ ਵਿੱਚ ਆਪਾਂ
ਜਿਹੜੇ ਆ ਬੋਲਣਾ ਹੁੰਦਾ ਤੇ ਬੱਚੇ ਨੇ ਸੁਣ ਕੇ ਲਿਖਣਾ ਹੁੰਦਾ, ਉਹਨੂੰ ਆਪਾਂ ਡਿਕਟੇਸ਼ਨ ਕਹਿ ਦਿੰਦੇ ਆ। ਪਰ ਕਹਿੰਦੇ ਸਧਾਰਨ ਭਾਸ਼ਾ ਵਿੱਚ ਇਹਨੂੰ ਜ਼ੁਬਾਨੀ ਲਿਖਾਈ ਵੀ ਕਹਿੰਦੇ ਜਾਂ ਮਲਾਹ ਵੀ ਕਹਿੰਦੇ ਆ। ਤੇ ਇਹਦੇ ਨਾਲ ਵੀ ਬੱਚੇ ਦੀ ਸੁਣਨ ਦੀ ਯੋਗਤਾ ਦਾ ਜਿਹੜਾ ਵਿਕਾਸ ਹੁੰਦਾ, ਕਿਉਂਕਿ ਬੱਚੇ ਦੇ ਅੰਦਰ ਕਰੋਸਿਟੀ ਹੋਣੀ ਆ ਕਿ ਮੈਮ ਨੇ ਬੋਲਣਾ ਜਾਂ ਸਰ ਨੇ ਬੋਲਣਾ ਤੇ ਮੈਂ ਉਹ ਚੀਜ਼ ਸੁਣ ਕੇ ਲਿਖਣੀ ਆ, ਤੇ ਬੱਚਾ ਉਸ ਚੀਜ਼ ਨੂੰ ਧਿਆਨ ਦੇ ਨਾਲ ਸੁਣੂਗਾ। ਫਿਰ ਕਹਿੰਦੇ ਆ ਭਾਸ਼ਾ ਸੰਬੰਧਿਤ ਸਹਾਇਕ ਸਮੱਗਰੀ, ਆਹ ਬਹੁਤ ਇੰਪੋਰਟੈਂਟ, ਇਹ ਸਾਨੂੰ ਬਹੁਤ ਪੁੱਛੇ ਜਾਂਦੇ ਹੁੰਦੇ ਆ। ਭਾਸ਼ਾ ਸਹਾਇਕ ਸਮੱਗਰੀ, ਗ੍ਰਾਮੋਫੋਨ ਸੁਣ ਲਓ ਕੀ ਆ। ਗ੍ਰਾਮੋਫੋਨ ਦਾ ਪ੍ਰਯੋਗ ਕੇਵਲ ਮਨੋਰੰਜਨ ਲਈ ਹੀ ਨਹੀਂ, ਸਗੋਂ ਸਿੱਖਿਆ ਨੂੰ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ। ਇਹ ਕੋਈ ਜ਼ਿਆਦਾ ਮਹਿੰਗਾ ਉਪਕਰਨ ਨਹੀਂ ਹੈ, ਇਸ ਲਈ ਹਰੇਕ ਸਕੂਲ ਇਸ ਨੂੰ ਆਸਾਨੀ ਨਾਲ ਖਰੀਦ ਸਕਦਾ ਹੈ। ਇਸ ਰਾਹੀਂ ਬੱਚਿਆਂ ਨੂੰ ਸੁੰਦਰ ਕਵਿਤਾਵਾਂ, ਗੀਤ ਆਦਿ ਸੁਣਾ ਕੇ ਉਹਨਾਂ ਦਾ ਧਿਆਨ ਸਾਹਿਤ ਵੱਲ ਆਕਰਸ਼ਿਤ ਕੀਤਾ ਜਾ ਸਕਦਾ ਹੈ। ਇਸ ਤੋਂ ਬਿਨਾਂ ਮਹਾਨ ਵਿਅਕਤੀਆਂ ਦੇ ਭਾਸ਼ਣਾਂ ਤੇ ਉਪਦੇਸ਼ਾਂ ਦੇ ਰਿਕਾਰਡਰ ਸੁਣਾ ਕੇ ਵੀ ਨੈਤਿਕ ਸਿੱਖਿਆ ਦਿੱਤੀ ਜਾ ਸਕਦੀ ਹੈ। ਇਸ ਦੀ ਸਹਾਇਤਾ ਨਾਲ ਬੱਚਿਆਂ ਦੀਆਂ ਉਚਾਰਨ ਸੰਬੰਧੀ ਗਲਤੀਆਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਨਾਲ ਬੱਚਿਆਂ ਦੇ ਸੁਣਨ ਕੌਸ਼ਲ ਦਾ ਵਿਕਾਸ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਸਿਨੇਮਾ ਆ ਜਾਂਦਾ ਵਾ, ਠੀਕ ਆ, ਟੇਪ ਰਿਕਾਰਡ ਆ ਜਾਂਦਾ, ਟੈਲੀਵਿਜ਼ਨ, ਵੀਡੀਓ, CD ਪਲੇਅਰ ਆ ਜਾਂਦੇ ਆ, ਲਿੰਗੂਆ ਫੋਨ ਆ ਜਾਂਦਾ ਵਾ। ਸਿਨੇਮਾ ਚਲੋ ਈਜ਼ੀ ਆ ਵੀ ਆਪਾਂ ਕੋਈ ਨਾ ਕੋਈ ਬੱਚੇ ਨੂੰ ਉੱਦਾਂ ਦੀਆਂ ਕੋਈ ਦਿਲ ਖਿੱਚਣ ਵਾਲੀਆਂ ਕੋਈ ਸਿਨੇਮਾ ਤੇ ਲਿਜਾ ਕੇ ਕੋਈ ਏਦਾਂ ਦੇ ਦ੍ਰਿਸ਼ ਦਿਖਾ ਸਕਦੇ ਆ, ਹਨਾ, ਜਿਹਦੇ ਨਾਲ ਉਹਦੀਆਂ ਸੁਣਨ ਵਾਲੀਆਂ ਇੰਦਰੀਆਂ ਜਿਹੜੀਆਂ ਪ੍ਰਭਾਵਿਤ ਹੋਣ। ਟੇਪ ਰਿਕਾਰਡਡ ਕੀ ਹੁੰਦੇ ਆ? ਟੇਪ ਰਿਕਾਰਡਰ ਦੀ ਸਹਾਇਤਾ ਨਾਲ ਚੱਲ ਰਹੇ ਭਾਸ਼ਣ ਜਾਂ ਕਥਨ ਨੂੰ ਰਿਕਾਰਡ ਕਰ ਲਿਆ ਜਾਂਦਾ ਹੈ ਨਾ, ਅਤੇ ਫਿਰ ਇਹ ਭਾਸ਼ਣ ਬੱਚਿਆਂ ਨੂੰ ਸੁਣਾਇਆ ਜਾਂਦਾ। ਮਤਲਬ ਟੇਪ ਰਿਕਾਰਡਰ ਦਾ ਮਤਲਬ ਕੀ ਹੁੰਦਾ ਵਾ, ਇਹਦੇ ਵਿੱਚ ਕੋਈ ਚੀਜ਼ ਜਿਹੜੀ ਆ ਬੱਚੇ ਨੂੰ ਕੋਈ ਦਿਲ ਖਿੱਚਣ ਵਾਲੀ ਕੋਈ ਚੀਜ਼ ਜਿਹੜੀ ਉਹ ਰਿਕਾਰਡ ਕਰ ਲਈ ਜਾਂਦੀ, ਕੋਈ ਭਾਸ਼ਣ ਰਿਕਾਰਡ ਕਰ ਲਿਆ ਜਾਂਦਾ ਤੇ ਬਾਅਦ ਵਿੱਚ ਉਹ ਬੱਚਿਆਂ ਨੂੰ ਸੁਣਾਇਆ ਜਾਂਦਾ। ਉਸ ਤੋਂ ਬਾਅਦ ਟੈਲੀਵਿਜ਼ਨ, ਵੀਡੀਓ ਤੇ CD ਪਲੇਅਰ ਆ, ਹਨਾ, ਇਹਨਾਂ ਦੇ ਪ੍ਰਯੋਗ ਰਾਹੀਂ ਵੀ ਕੀ ਆ ਕਿ ਬੱਚੇ ਦੇ ਸੁਣਨ ਕੌਸ਼ਲ ਦਾ ਵਿਕਾਸ ਜਿਹੜਾ ਵਾ ਕੀਤਾ ਜਾ ਸਕਦਾ, ਉਚਾਰਨ ਜਿਹੜਾ ਵਾ ਸ਼ੁੱਧ ਬਣਾਇਆ ਜਾ ਸਕਦਾ, ਠੀਕ ਆ। ਲਿੰਗੁਆ ਫੋਨ ਸੁਣ ਲਓ ਕੀ ਆ। ਇਹ ਲਿੰਗੁਆ ਫੋਨ ਇੱਕ ਅਜਿਹਾ ਯੰਤਰ ਹੈ ਜਿਸ ਰਾਹੀਂ ਬੱਚਿਆਂ ਨੂੰ ਸ਼ੁੱਧ ਭਾਸ਼ਾ ਸੁਣਾਈ ਜਾਂਦੀ ਹੈ। ਇਸ ਦੁਆਰਾ ਬੱਚਿਆਂ ਦਾ ਉਚਾਰਨ ਸ਼ੁੱਧ ਕਰਾ ਕੇ ਭਾਸ਼ਾ ਸਿੱਖਿਆ ਦਿੱਤੀ ਜਾ ਸਕਦੀ ਹੈ। ਇਸ ਦੀ ਵਰਤੋਂ ਰਾਹੀਂ ਬੱਚਿਆਂ ਦੇ ਸੁਣਨ ਕੌਸ਼ਲਾਂ ਦਾ ਵਿਕਾਸ ਕਰਕੇ ਉਹਨਾਂ ਦੇ ਉਚਾਰਨ ਨੂੰ ਵੀ ਸੁਧਾਰਿਆ ਜਾ ਸਕਦਾ ਹੈ, ਠੀਕ ਆ। ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਬੋਲਚਾਲ ਦੀ ਸਿੱਖਿਆ ਦੇ ਉਦੇਸ਼, ਠੀਕ ਆ। ਕਹਿੰਦੇ ਬੱਚਿਆਂ ਨੂੰ ਸਰਲ, ਸਪਸ਼ਟ ਅਤੇ ਸ਼ੁੱਧ ਰੂਪ ਵਿੱਚ ਆਪਣੇ ਵਿਚਾਰਾਂ ਅਤੇ ਭਾਵਾਂ ਨੂੰ ਦੂਜਿਆਂ ਸਾਹਮਣੇ ਪ੍ਰਗਟ ਕਰਨ ਦੇ ਯੋਗ ਬਣਾਉਣਾ, ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਕਰਨਾ, ਬੱਚਿਆਂ ਦੇ ਕਿਸੇ ਦੇਖੀ ਹੋਈ ਜਾਂ ਸੁਣੀ ਹੋਈ ਘਟਨਾ ਨੂੰ ਸ਼ੁੱਧ ਅਤੇ ਪੂਰੇ ਰੂਪ ਵਿੱਚ ਪ੍ਰਗਟ ਕਰ ਸਕਣ ਦੀ ਯੋਗਤਾ ਪੈਦਾ ਕਰਨਾ। ਮਤਲਬ ਬੱਚਾ ਝਿਜਕੇ ਨਾ, ਸੰਗੇ ਨਾ, ਉਹਨੂੰ ਬੋਲਣ ਦੇ ਮੌਕੇ ਦੇਣੇ, ਉਹਦੇ ਅੰਦਰਲੇ ਹਾਵ ਭਾਵ ਬਾਹਰ ਆ ਸਕਣ, ਉਹ ਸਵੈ ਵਿਸ਼ਵਾਸ ਹੋ ਸਕੇ, ਹਨਾ, ਉਹਦੇ ਅੰਦਰ ਭਾਸ਼ਾ ਸਿੱਖਣ ਦੀ ਰੁਚੀ ਹੋਵੇ, ਉਹਦਾ ਇੰਟਰਸਟ ਬਣਿਆ ਰਵੇ, ਉਹਦੇ ਅੰਦਰ ਬੋਲਚਾਲ ਦਾ ਸੰਜਮ ਬਣੇ, ਕ੍ਰਮ ਬਣਿਆ ਰਵੇ, ਹਨਾ, ਉਹ ਸ਼ੁੱਧ ਉਚਾਰਨ ਕਰ ਸਕੇ, ਹਨਾ, ਤੇ ਸ਼ਿਸ਼ਟਾਚਾਰ, ਵਧੀਆ ਨੈਤਿਕ ਕਦਰਾਂ ਕੀਮਤਾਂ ਉਹਦੇ ਵਿੱਚ ਆ ਸਕਣ ਤੇ ਉਹਦੇ ਵਿੱਚ ਚੰਗੇ ਬੁਲਾਰੇ ਦੇ ਗੁਣ ਜਿਹੜੇ ਆ ਪੈਦਾ ਹੋ ਸਕਣ। ਇਹੀ ਉਦੇਸ਼ ਆ ਬੋਲਚਾਲ ਦੀ ਸਿੱਖਿਆ ਦੇ, ਠੀਕ ਆ। ਉਸ ਤੋਂ ਬਾਅਦ ਆ ਜਾਂਦੇ ਚੰਗੀ ਬੋਲਚਾਲ ਦੇ ਗੁਣ ਕੀ ਹੁੰਦੇ ਆ। ਸ਼ੁੱਧਤਾ ਹੋਣੀ ਚਾਹੀਦੀ। ਆਪਾਂ ਕਹਿੰਦੇ ਨਾ ਵੀ ਇਹ ਬੰਦਾ ਚੰਗਾ ਬੋਲ ਲੈਂਦਾ ਵਾ, ਆਪਾਂ ਚੰਗਾ ਬੋਲਣਾ ਕਿਹਨੂੰ ਕਹਿੰਦੇ ਆ? ਵੀ ਉਹ ਸ਼ੁੱਧ ਬੋਲ ਰਿਹਾ, ਹਨਾ, ਵੀ ਉਹਦੇ ਵਿਚਾਰਾਂ ਦੇ ਵਿੱਚ ਕੀ ਆ? ਸਰਲਤਾ ਵਾ, ਉਹ ਪ੍ਰਭਾਵਸ਼ਾਲੀ ਬੋਲ ਰਿਹਾ, ਉਹ ਸਪਸ਼ਟ ਬੋਲ ਰਿਹਾ, ਉਹ ਸੁਭਾਵਿਕ ਬੋਲ ਰਿਹਾ, ਹਨਾ, ਜੋ ਗੱਲ ਹੈਗੀ ਉਹੀ ਸਾਹਮਣੇ ਰੱਖ ਰਿਹਾ, ਉਹ ਮਿਠਾਸ ਆ, ਉਹਦੇ ਬੋਲਾਂ ਦੇ ਵਿੱਚ ਮਿਠਾਸ ਆ। ਸ਼ਿਸ਼ਟਾ ਮਤਲਬ ਬੋਲਚਾਲ ਸਮੇਂ ਸ਼ਿਸ਼ਟਾਚਾਰ ਦਾ ਵੀ ਧਿਆਨ ਰੱਖਦਾ ਹੈ। ਇਸ ਲਈ ਬੋਲਣ ਸਮੇਂ ਮਤਲਬ ਕੋਈ ਵੀ ਭੱਦੀ ਅਸ਼ਲੀਲ ਸ਼ਬਦਾਵਲੀ ਨਹੀਂ ਵਰਤਦਾ। ਵੀ ਵਿਹਾਰਕਤਾ ਮਤਲਬ ਬੋਲਚਾਲ ਸਮੇਂ ਕੇਵਲ ਉਸ ਭਾਸ਼ਾ ਦਾ ਪ੍ਰਯੋਗ ਕਰਨਾ ਚਾਹੀਦਾ ਜਿਸ ਦੀ ਲੋਕ ਵਿਵਹਾਰ ਵਿੱਚ ਮਤਲਬ ਉਹੀ ਭਾਸ਼ਾ ਵਰਤਣੀ ਜਿਹੜੀ ਕਿ ਲੋਕ ਵਿਵਹਾਰ ਦੇ ਵਿੱਚ ਚੱਲਦੀ ਹੋਵੇ। ਗਤੀਸ਼ੀਲਤਾ ਮਤਲਬ ਬੋਲਣ ਸਮੇਂ ਉਚਿਤ ਗਤੀ ਅਤੇ ਪ੍ਰਵਾਹ ਦਾ ਹੋਣਾ ਵੀ ਜ਼ਰੂਰੀ ਹੈ। ਬੋਲ ਸਮੇਂ ਵਾਰ-ਵਾਰ ਰੁਕਣਾ, ਮਤਲਬ ਜਿੱਦਾਂ ਕਿਤੇ ਠਹਿਰ ਜਾਣਾ ਜਾਂ ਹੱਥ ਖਾ ਕੇ ਬੋਲਣਾ, ਏਦਾਂ ਨਹੀਂ, ਮਤਲਬ ਇੱਕ ਲੈਅ ਦੇ ਵਿੱਚ, ਇੱਕ ਗਤੀਸ਼ੀਲਤਾ ਦੇ ਵਿੱਚ ਬੋਲਣਾ, ਹਨਾ। ਅਨੁਕੂਲਤਾ ਬੋਲਚਾਲ ਵਿੱਚ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਕਿ ਸੁਣਨ ਵਾਲਿਆਂ ਦੇ ਅਨੁਕੂਲ ਹੋਵੇ, ਹਨਾ, ਵੀ ਜੇ ਤੁਸੀਂ ਪਿੰਡ ਪੱਧਰ ਤੇ ਕੋਈ ਸਪੀਚ ਦੇ ਰਹੇ ਹੋ ਤੇ ਉਸ ਹਿਸਾਬ ਨਾਲ ਬੋਲਣਾ ਪਊਗਾ, ਜੇ ਤੁਸੀਂ ਕਿਸੇ ਸ਼ਹਿਰ ਪੱਧਰ ਤੇ ਸਪੀਚ ਦੇ ਰਹੇ ਹੋ ਤੇ ਉਸ ਹਿਸਾਬ ਨਾਲ ਬੋਲਣਾ ਪਊਗਾ। ਮੌਕੇ ਅਨੁਸਾਰ, ਇੱਥੇ ਮੌਕੇ ਅਨੁਸਾਰ ਮਤਲਬ ਇਹ ਆ ਵੀ ਸ਼ਬਦ ਸੁਣ ਕੇ ਕ੍ਰੋਧ, ਸਫਲਤਾ ਦਾ ਸਮਾਚਾਰ ਸੁਣ ਕੇ ਖੁਸ਼ੀ ਦੇ ਭਾਵ ਪ੍ਰਗਟ ਹੋਣੇ। ਮਤਲਬ ਜੇ ਤੇ ਅਸੀਂ ਕਿਤੇ ਮੰਨ ਲਓ ਅਸੀਂ ਕੋਈ ਗਮੀ ਦੀ ਗੱਲ ਉੱਥੇ ਕਰ ਰਹੇ ਹਾਂ ਤੇ ਅਸੀਂ ਮੂੰਹ ਤੇ ਸਮਾਈਲ ਲਿਆ ਰਹੇ ਹਾਂ, ਇਹ ਚੀਜ਼ ਵੀ ਸਹੀ ਨਹੀਂ ਆ। ਤੇ ਜੇਕਰ ਅਸੀਂ ਉੱਥੇ ਕੋਈ ਖੁਸ਼ੀ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਦੁਖੀ ਹੋ ਕੇ ਬੋਲ ਰਹੇ, ਇਹ ਵੀ ਗੱਲ ਸਹੀ ਨਹੀਂ। ਮਤਲਬ ਅਸੀਂ ਜੋ ਬੋਲਣਾ ਅਸੀਂ ਉੱਥੇ ਮੌਕੇ ਅਨੁਸਾਰ ਬੋਲਣਾ, ਵੀ ਉੱਥੇ ਮੌਕਾ ਕਿਵੇਂ ਦਾ ਵਾ, ਖੁਸ਼ੀ ਭਰਿਆ ਮਾਹੌਲ ਆ ਕਿ ਗਮੀ ਭਰਿਆ ਮਾਹੌਲ ਆ। ਸਰਬ ਮਾਨਤਾ ਪ੍ਰਾਪਤ, ਇਹਦਾ ਮਤਲਬ ਇਹ ਕਿ ਬੋਲ ਚਾਲ ਸਮੇਂ ਸਰਬ ਮਾਨਤਾ ਪ੍ਰਾਪਤ ਭਾਸ਼ਾ ਦਾ ਹੀ ਪ੍ਰਯੋਗ ਕਰਨਾ ਚਾਹੀਦਾ। ਮਤਲਬ ਕਦੇ ਕਦੇ ਕੋਈ ਬੁਲਾਰੇ ਕਹਿੰਦੇ ਆ ਕਿ
ਝੂਠੀ ਗੱਲ ਕਹਿ ਜਾਂਦੇ ਆ ਹਨਾ, ਮਤਲਬ ਕਿ ਸ਼ਬਦਾਂ ਨੂੰ ਤਰੋੜ ਮੋੜ ਕੇ ਪੇਸ਼ ਜਿਹੜਾ ਵਾ ਕਰ ਦਿੰਦੇ ਆ ਹਨਾ, ਜਿਵੇਂ ਸਰਕਾਰ ਝੂਠੇ ਲਾਰੇ ਲਾਉਂਦੀ ਹਨਾ, ਵਾਅਦੇ ਕਰ ਜਾਂਦੇ ਆ ਵੋਟਾਂ ਲੈਣ ਤੋਂ ਪਹਿਲਾਂ। ਉਸ ਤੋਂ ਬਾਅਦ ਕਹਿੰਦੇ ਆ ਆਪਣੱਤ ਦੀ ਭਾਵਨਾ। ਆਪਣੱਤ ਮਤਲਬ ਕੀ ਹੁੰਦਾ ਵਾ, ਆਪਣੱਤ ਵਾਲੇ ਬੋਲਣ ਵਾਲੇ ਵੱਲੋਂ ਵਰਤੇ ਗਏ ਸੰਬੋਧਨੀ ਸ਼ਬਦਾਂ ਉਸਦੇ ਬੋਲਣ ਦੇ ਲਹਿਜੇ ਆਦਿ ਪ੍ਰਗਟ ਹੁੰਦੀ ਹੈ। ਇਸ ਲਈ ਬੋਲਚਾਲ ਵੇਲੇ ਸਹੀ ਲਹਿਜੇ ਤੇ ਮਿੱਠੀ, ਮਤਲਬ ਕਿ ਆਪਣੱਤ ਦੀ ਭਾਵਨਾ ਵੀ ਇੰਨੇ, ਜੇ ਕੋਈ ਬੁਲਾਰਾ ਵਾ ਉਹਨੂੰ ਇੰਨੇ ਕਿ ਮਿੱਠੇ ਸ਼ਬਦਾਂ ਦੇ ਨਾਲ ਬੋਲਣਾ ਚਾਹੀਦਾ ਵਾ ਵੀ ਹਰ ਇੱਕ ਦਾ ਦਿਲ ਜਿਹੜਾ ਵਾ ਉਹ ਖਿੱਚਿਆ ਜਾਵੇ। ਠੀਕ ਆ। ਭਾਸ਼ਾ ਦੀ ਭਾਵਾਂ ਨੂੰ ਪ੍ਰਗਟਾਉਣ ਲਈ ਦੀ ਸਮਰਥਾ। ਕਹਿੰਦੇ ਆਦਰਸ਼ ਬੋਲਚਾਲ ਉਹੀ ਹੋ ਸਕਦੀ ਹੈ ਜੋ ਸਭ ਕਿਸਮਾਂ ਦੇ ਭਾਵਾਂ ਨੂੰ ਪ੍ਰਗਟ ਕਰਨ ਦੇ ਯੋਗ ਰੱਖਦੀ ਹੋਵੇ। ਭਾਵ ਇਹ ਕਿ ਜਿਨ੍ਹਾਂ ਭਾਵਾਂ ਅਤੇ ਵਿਚਾਰਾਂ ਨੂੰ ਬੁਲਾਰਾ ਪ੍ਰਗਟ ਕਰਨਾ ਚਾਹੁੰਦਾ, ਉਸਦੀ ਭਾਸ਼ਾ ਉਸਨੂੰ ਪ੍ਰਗਟ ਕਰਨ ਦੇ ਯੋਗ ਹੋਣੀ ਚਾਹੀਦੀ ਹੈ। ਠੀਕ ਹੈ। ਉਸ ਤੋਂ ਬਾਅਦ ਆਪਾਂ ਜਾਣਦੇ ਹਾਂ ਭਾਸ਼ਾ ਸਿੱਖਿਆ ਵਿੱਚ ਬੋਲਚਾਲ ਦੀ ਸਿੱਖਿਆ ਦੀਆਂ ਵਿਧੀਆਂ। ਠੀਕ ਹੈ। ਇਹ ਬਹੁਤ ਇੰਪੋਰਟੈਂਟ ਆ। ਚਿੱਤਰਾਂ ਦਾ ਪ੍ਰਯੋਗ ਸਭ ਤੋਂ ਪਹਿਲਾਂ ਆਉਂਦਾ ਕਿ ਮੌਖਿਕ ਰਚਨਾ ਦੇ ਅਭਿਆਸ ਵਿੱਚ ਚਿੱਤਰਾਂ ਦੀ ਵਿਸ਼ੇਸ਼ ਮਹੱਤਤਾ ਹੈ। ਬੱਚੇ ਸੁਭਾਵਿਕ ਤੌਰ ਤੇ ਚਿੱਤਰਾਂ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਅਧਿਆਪਕ ਬੱਚਿਆਂ ਦੀ ਇਸ ਪ੍ਰਵਿਰਤੀ ਦਾ ਬੋਲਚਾਲ ਦੀ ਸਿੱਖਿਆ ਦੇਣ ਵਿੱਚ ਪ੍ਰਯੋਗ ਕਰਦਾ ਹੈ। ਬੱਚਿਆਂ ਦੇ ਸਾਹਮਣੇ ਕਿਸੇ ਪ੍ਰਕਿਰਤਿਕ ਘਟਨਾਤਮਕ ਚਿੱਤਰ ਨੂੰ ਪੇਸ਼ ਕਰਕੇ ਅਧਿਆਪਕ ਉਸ ਚਿੱਤਰ ਦੇ ਭਿੰਨ ਭਿੰਨ ਅੰਗਾਂ ਬਾਰੇ ਪ੍ਰਸ਼ਨ ਪੁੱਛ ਸਕਦਾ ਹੈ, ਜਿਸ ਨਾਲ ਉਹਨਾਂ ਦਾ ਮੌਖਿਕ ਅਭਿਆਸ ਕਰੇਗਾ। ਮਤਲਬ ਦੇਖੋ, ਕੋਈ ਵੀ ਚਿੱਤਰ ਆ ਹਨਾ, ਮੰਨ ਲਓ ਕੋਈ ਬੋਡੀ ਬਣੀ ਹੋਈ ਆ ਹਨਾ, ਤੇ ਉਹਦੇ ਅੰਗਾਂ ਦੇ ਨਾਮ ਲਿਖੇ ਹੋਏ ਆ, ਤੇ ਟੀਚਰ ਪੁੱਛੂਗਾ ਵੀ ਆਹ ਕਿਹੜੇ ਅੰਗ ਦਾ ਨਾਮ ਆ, ਇਸ ਅੰਗ ਦਾ ਕੀ ਨਾਮ ਆ, ਤੇ ਇਹਦੇ ਨਾਲ ਚਿੱਤਰ ਵੇਖ ਕੇ ਤੇ ਉਹਦਾ ਮੌਖਿਕ ਪ੍ਰਗਟਾ ਕਰਨ ਦੀ ਸ਼ਕਤੀ ਬੱਚੇ ਦੇ ਵਿੱਚ ਆਊਗੀ। ਠੀਕ ਆ। ਕਹਾਣੀ ਰਚਨਾ, ਮਤਲਬ ਛੋਟੇ ਬੱਚੇ ਜਿਹੜੇ ਆ ਕਹਾਣੀਆਂ ਪ੍ਰਤੀ ਬਹੁਤ ਦਿਲਚਸਪੀ ਰੱਖਦੇ ਆ, ਇਸ ਲਈ ਬੱਚਿਆਂ ਨੂੰ ਕਹਾਣੀਆਂ ਸੁਣਨ ਅਤੇ ਸੁਣਾਉਣ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ। ਬੱਚਿਆਂ ਨੂੰ ਸੁਣੀਆਂ ਗਈਆਂ ਕਹਾਣੀਆਂ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਹਿਣਾ ਚਾਹੀਦਾ ਹੈ। ਜਿਵੇਂ ਪਰੀਆਂ ਵਗੈਰਾ ਦੀਆਂ ਕਹਾਣੀਆਂ ਹਨਾ, ਛੋਟੇ ਬੱਚੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈਂਦੇ ਆ। ਠੀਕ ਹੈ। ਪਹੇਲੀਆਂ ਸੁਣਾਉਣਾ, ਜਿਹੜੀਆਂ ਬੁਝਾਰਤਾਂ ਪਾਉਂਦੇ ਹੁੰਦੇ ਆਪਾਂ, ਉੱਚੇ ਸੁਰ ਨਾਲ ਪੜ੍ਹਨਾ, ਮਤਲਬ ਜਿਹੜੀਆਂ ਬੱਚੇ ਦੀਆਂ ਜਿਹੜੀਆਂ ਪੋਇਮਸ ਹੁੰਦੀਆਂ, ਬੱਚੇ ਨੂੰ ਆਪਾਂ ਬੋਲਦੇ ਨਹੀਂ ਉੱਚੀ ਉੱਚੀ। ਠੀਕ ਆ। ਬੱਚੇ ਪੋਇਮਸ ਬੋਲਦੇ। ਪ੍ਰਸ਼ਨ ਉੱਤਰ, ਮਤਲਬ ਕੋਈ ਨਿੱਕੇ ਨਿੱਕੇ ਸਵਾਲ ਕਰਨੇ ਤੇ ਬੱਚੇ ਉਹਨਾਂ ਦੇ ਨਿੱਕੇ ਨਿੱਕੇ ਜਵਾਬ ਦਿੰਦੇ ਆ ਹਨਾ। ਸਮੂਹਿਕ ਕਾਵ ਪਾਠ, ਮਤਲਬ ਬੱਚੇ ਗਰੁੱਪ ਬਣਾ ਕੇ ਉੱਚੀ ਉੱਚੀ ਪੜ੍ਹਦੇ ਆ ਜਾਂ ਕਵਿਤਾ ਨੂੰ ਜ਼ਬਾਨੀ ਯਾਦ ਕਰਦੇ ਆ ਹਨਾ। ਜਿਵੇਂ LKG UKG ਵਾਲੇ ਬੱਚਿਆਂ ਨੂੰ ਆਪਾਂ ਕਰਵਾਉਣੇ ਸਮੂਹਿਕ ਪਾਠ। ਨਾਟਕੀਕਰਨ, ਮਤਲਬ ਇਹਦੇ ਵਿੱਚ ਕੋਈ ਬੱਚੇ ਨੂੰ ਪਲੇ ਕਰਵਾਇਆ ਜਾਂਦਾ ਵਾ ਹਨਾ, ਇਹ ਚੀਜ਼ ਆ ਜਾਂਦੀ। ਬਾਲ ਸਭਾ ਦਾ ਆਯੋਜਨ ਕਰਨਾ ਹਨਾ, ਜਿਵੇਂ ਕਈਆਂ ਸਕੂਲਾਂ ਦੇ ਵਿੱਚ ਹਰ ਸ਼ਨੀਵਾਰ ਬਾਲ ਸਭਾ ਲੱਗਦੀ ਆ। ਬਾਲ ਸਭਾ ਤੇ ਜੋ ਵੀ ਬੱਚੇ ਦੇ ਅੰਦਰ ਕ੍ਰੀਏਟੀਵਿਟੀ ਹੁੰਦੀ ਆ ਉਹ ਬਾਹਰ ਆਉਂਦੀ ਹਨਾ। ਬੱਚਾ ਕੋਈ ਗੀਤ ਸੁਣਾਉਂਦਾ ਵਾ, ਕੋਈ ਕਹਾਣੀ ਸੁਣਾਉਂਦਾ ਵਾ, ਕੋਈ ਚੁਟਕਲੇ ਸੁਣਾਉਂਦਾ ਵਾ, ਇਸ ਤਰ੍ਹਾਂ ਇਹਨੂੰ ਹੀ ਆਪਾਂ ਬਾਲ ਸਭਾ ਕਹਿ ਦਿੰਦੇ ਆ। ਵਾਕ ਰਚਨਾ ਦੇ ਵਿੱਚ ਇਹ ਹੁੰਦਾ ਵਾ ਕਿ ਮਤਲਬ ਬੱਚੇ ਨੂੰ ਆਵੇ, ਜਿੱਦਾਂ ਇਹਨਾਂ ਨੇ ਇੱਥੇ ਦੱਸਿਆ, ਬੱਚਿਆਂ ਨੂੰ ਘੋੜੇ ਉੱਪਰ ਵਾਕ ਬਣਾਉਣ ਲਈ ਕਿਹਾ ਜਾ ਸਕਦਾ ਹਨਾ। ਕੋਈ ਨਾ ਕੋਈ ਚਿੱਤਰ ਦੇ ਦਿਓ ਉਹਨੂੰ, ਕੋਈ ਵਸਤੂ ਦੇ ਦਿਓ ਤੇ ਉਹਨੂੰ ਕਹੋ ਵੀ ਤੁਸੀਂ ਇਹਦੇ ਤੇ 4 ਜਾਂ 5 ਵਾਕ ਬਣਾਉਣੇ ਆ, ਤੇ ਬੱਚਾ ਆਪਣਾ ਦਿਮਾਗ ਲਾ ਕੇ ਆਪਦੀ ਸੋਚ ਅਨੁਸਾਰ ਉੱਤੇ ਵਾਕ ਜਿਹੜੇ ਆ ਬਣਾਊਗਾ। ਠੀਕ ਆ। ਉੱਚ ਸ਼੍ਰੇਣੀਆਂ ਵਿੱਚ ਬੋਲਚਾਲ ਦੀ ਸਿੱਖਿਆ ਵਿਧੀਆਂ। ਵਾਰਤਾਲਾਪ ਹਨਾ, ਪਹਿਲਾਂ ਉੱਪਰ ਤਾਂ ਆਪਾਂ ਛੋਟੇ ਬੱਚਿਆਂ ਦੀ ਗੱਲ ਕੀਤੀ ਸੀ, ਪਰ ਇੱਥੇ ਆਪਾਂ ਵੱਡੇ ਬੱਚਿਆਂ ਦੀ ਗੱਲ ਕਰਾਂਗੇ। ਵੱਡੇ ਬੱਚਿਆਂ ਲਈ ਆਪਾਂ ਵਾਰਤਾਲਾਪ ਕਰ ਸਕਦੇ ਹਾਂ। ਉਹਨਾਂ ਨੂੰ ਖਬਰਾਂ ਪੜ੍ਹਨੀਆਂ ਕਹਿ ਸਕਦੇ ਆ, ਉਹਨਾਂ ਨੂੰ ਭਾਸ਼ਣ ਦੇਣ ਲਈ ਕਹਿ ਸਕਦੇ ਆ, ਵਾਦ ਵਿਵਾਦ ਕਹਿ ਸਕਦੇ ਆ। ਬਹੁਤ ਹੀ ਸੌਖੇ ਪੁਆਇੰਟ। ਠੀਕ ਆ। ਕਿਉਂਕਿ ਸਾਨੂੰ ਪਤਾ ਹੀ ਆ ਵੱਡੇ ਬੱਚਿਆਂ ਦੇ ਬਾਰੇ। ਤੇ ਸਮੂਹਿਕ ਚਰਚਾ ਕਰਵਾ ਸਕਦੇ ਹਨਾ। ਕੋਈ ਏਦਾਂ ਦਾ ਮੁੱਦਾ ਉਹਨਾਂ ਦੇ ਪਾਠ ਪੁਸਤਕ ਦੇ ਵਿੱਚ ਆ ਗਿਆ ਸਰਕਾਰ ਦੇ ਬਾਰੇ ਜਾਂ ਸਮਾਜ ਦੇ ਬਾਰੇ, ਤਾਂ ਉੱਥੇ ਅਸੀਂ ਬੱਚਿਆਂ ਨੂੰ ਸਮੂਹਿਕ ਚਰਚਾ ਕਰਨ ਲਈ ਕਹਿ ਸਕਦੇ ਹਾਂ ਵੀ ਉਹਨਾਂ ਦਾ ਜਿਹੜਾ ਥਾਟ ਲੈਵਲ ਆ ਉਹ ਕੀ ਕਹਿੰਦਾ ਉਸ ਸਮੇਂ। ਬੁੱਧੀ ਟਰਸਟ, ਮਤਲਬ ਇਸ ਕਿਰਿਆ ਅਨੁਸਾਰ ਕੁਝ ਹੋਣਹਾਰ ਵਿਦਿਆਰਥੀਆਂ ਦੇ ਇੱਕ ਟਰਸਟ ਬਣਾ ਲਿਆ ਜਾਂਦਾ, ਤੇ ਟਰਸਟ ਦੇ ਮੈਂਬਰ ਆਪਣੇ ਸਾਹਮਣੇ ਸਟੇਜ ਉੱਪਰ ਬੈਠ ਜਾਂਦੇ ਹਨ। ਸਰੋਤੇ ਉਹਨਾਂ ਕੋਲੋਂ ਪ੍ਰਸ਼ਨ ਪੁੱਛਦੇ ਹਨ, ਉਹ ਆਪਣੀ ਵਾਰੀ ਸਿਰ ਜਾਂ ਪ੍ਰਸ਼ਨ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹਨ। ਮਤਲਬ ਜਿਹੜੀ ਕੁਇਜ਼ ਮੁਕਾਬਲੇ ਨਹੀਂ ਕਰਵਾਏ ਜਾਂਦੇ, ਉਹ ਸੰਬੰਧਿਤ ਆ ਬੁੱਧੀ ਟਰਸਟ ਦੇ ਨਾਲ। ਠੀਕ ਹੈ। ਕੁਇਜ਼ ਮੁਕਾਬਲਿਆਂ ਦੇ ਵਿੱਚ ਬੱਚੇ ਹੀ ਉਹਨਾਂ ਦੇ ਲੀਡਰ ਬਣਾ ਦਿੱਤੇ ਜਾਂਦੇ ਆ। ਇਹ ਠੀਕ ਆ। ਨਾਟਕਾਂ ਵਿੱਚ ਭਾਗ, ਮਤਲਬ ਕਿ ਕੋਈ ਨਾ ਕੋਈ ਏਦਾਂ ਦਾ ਫੰਕਸ਼ਨ ਕਰਵਾ ਦੇਣਾ, ਬੱਚੇ ਸਟੇਜ ਦੇ ਵਿੱਚ ਕੋਈ ਏਦਾਂ ਦਾ ਨਾਟਕ ਅਭਿਨੇ ਕਰਦੇ ਆ ਹਨਾ। ਕਹਾਣੀ ਸੁਣਾਉਣਾ, ਮਤਲਬ ਇਹਦੇ ਨਾਲ ਕੀ ਹੁੰਦਾ ਵਾ ਕਿ ਬੱਚਾ ਕੋਈ ਨਾ ਕੋਈ ਕਹਾਣੀ ਸੁਣਾਊਗਾ ਹਨਾ, ਤੇ ਉਹਦੇ ਅੰਦਰ ਜਿਹੜਾ ਵਾ ਸ਼ਬਦਾਂ ਦਾ ਜਿਹੜਾ ਭੰਡਾਰ ਆ ਉਹ ਵਧੂਗਾ। ਮਤਲਬ ਜੇ ਕੋਈ ਵੀ ਕਹਾਣੀ ਆ, ਕੋਈ ਸਮਾਜ ਦੀ ਕਹਾਣੀ ਆ ਜਾਂ ਉਹਨੇ ਕਿਸੇ ਪੁਸਤਕ ਤੋਂ ਪੜ੍ਹੀ ਆ ਹਨਾ,
ਤੇ ਉਹਨੂੰ ਜਦੋਂ ਆਪਾਂ ਬੋਲਣ ਲਈ ਕਵਾਂਗੇ ਤੇ ਉਹ ਆਪਦੇ ਸ਼ਬਦਾਂ ਦੇ ਨਾਲ ਤਰੋੜ ਮਰੋੜ ਕੇ ਜਿਹੜਾ ਵਾ ਕਹਾਣੀ ਨੂੰ ਪੇਸ਼ ਕਰੂਗਾ। ਇਹਦੇ ਨਾਲ ਵੀ ਜਿਹੜਾ ਵਾ ਬੱਚੇ ਦੀ ਭਾਸ਼ਾ ਯੋਗਤਾ ਜਾਂ ਬੋਲਚਾਲ ਦੀ ਯੋਗਤਾ ਦਾ ਵਿਕਾਸ ਹੋਊਗਾ। ਪਾਠ ਪੁਸਤਕਾਂ ਨਾਲ ਸੰਬੰਧਿਤ ਅਭਿਆਸ, ਹਨਾ, ਇਹ ਇੱਕ ਵਾਰੀ ਆਪਾਂ ਪੜ੍ਹ ਲੈਂਦੇ ਹਾਂ। ਪੜ੍ਹਾਏ ਗਏ ਪਾਠ ਦਾ ਸਾਰ ਦੱਸਣ ਲਈ ਕਿਹਾ ਜਾ ਸਕਦਾ, ਹਨਾ, ਵੀ ਜੋ ਵੀ ਆਪਾਂ ਚੈਪਟਰ ਪੜ੍ਹਾਇਆ ਬੱਚੇ ਨੂੰ ਕਹਿਣਾ ਵੀ ਤੁਸੀਂ ਆਪਦੀ ਭਾਸ਼ਾ ਦੇ ਵਿੱਚ ਦੱਸੋ ਵੀ ਤੁਸੀਂ ਇਹਦੇ ਤੋਂ ਕੀ ਸਮਝਿਆ। ਕਵਿਤਾ ਜਾਂ ਗੱਦ ਦਾ ਪਾਠ ਕਰਵਾਇਆ ਜਾ ਸਕਦਾ ਹੈ। ਕਵਿਤਾ ਦੇ ਕੁਝ ਬੰਦਾਂ ਦੀ ਵਿਆਖਿਆ, ਮਤਲਬ ਜੋ ਵੀ ਆਪਾਂ ਕਵਿਤਾ ਪੜ੍ਹਾਈ ਉਹਦੇ ਵਿੱਚ ਕਿਹੜੇ ਔਖੇ ਸ਼ਬਦ ਆਏ ਵੀ ਉਹਨਾਂ ਦੇ ਅਰਥ ਦੱਸਣ ਲਈ ਬੱਚੇ ਨੂੰ ਕਿਹਾ ਜਾ ਸਕਦਾ, ਹਨਾ। ਕਿਸੇ ਪੜ੍ਹੀ ਹੋਈ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਸੁਣਾਉਣ ਲਈ ਕਿਹਾ ਜਾ ਸਕਦਾ। ਕਿਸੇ ਲੇਖ ਦੀ ਰੂਪ ਰੇਖਾ ਦੇ ਕੇ ਬੱਚਿਆਂ ਨੂੰ ਜ਼ੁਬਾਨੀ ਲੇਖ ਪੂਰਾ ਕਰਨ ਲਈ ਕਿਹਾ ਜਾ ਸਕਦਾ, ਹਨਾ। ਇਹ ਸਾਰਾ ਕੁਝ ਹੀ। ਉਸ ਤੋਂ ਬਾਅਦ ਆ ਜਾਂਦਾ ਵਾ ਸਾਡਾ ਅਗਲੇ ਨੰਬਰ ਤੇ ਮੌਖਿਕ ਪ੍ਰਗਟਾਅ। ਪਹਿਲਾਂ ਆਪਾਂ ਸੁਣਨ ਕੀਤਾ, ਫਿਰ ਬੋਲਚਾਲ, ਤੇ ਹੁਣ ਤੀਜੇ ਨੰਬਰ ਤੇ ਆਪਾਂ ਆ ਗਏ ਹਾਂ ਮੌਖਿਕ ਤੇ। ਕਹਿੰਦੇ ਮੌਖਿਕ ਪ੍ਰਗਟਾਅ ਵਿੱਚ ਧਿਆਨ ਰੱਖਣ ਯੋਗ ਗੱਲਾਂ ਵੀ ਅਧਿਆਪਕ ਨੂੰ ਚਾਹੀਦਾ ਕਿ ਜਮਾਤ ਵਿੱਚ ਅਜਿਹਾ ਵਾਤਾਵਰਨ ਪੈਦਾ ਕਰੇ ਜਿਸ ਵਿੱਚ ਬੱਚੇ ਨੂੰ ਆਪਣਾ ਪ੍ਰਗਟਾਉਣ ਵਿੱਚ ਕੋਈ ਝਿਜਕ ਨਾ ਹੋਵੇ, ਮਤਲਬ ਬੱਚਾ ਡਰੇ ਨਾ, ਹਨਾ। ਇਹੀ ਚੀਜ਼ ਆ ਬਸ। ਉਸ ਤੋਂ ਬਾਅਦ ਹੈਗਾ ਵਾ ਅੱਗੇ ਕਹਿੰਦੇ ਆ ਅਧਿਆਪਕ ਨੂੰ ਹਮੇਸ਼ਾ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਬੱਚੇ ਦੇ ਵਿਚਾਰਾਂ ਵਿੱਚ ਰਵਾਨਗੀ ਲਿਆਉਣ ਲਈ ਜਿੰਨੀ ਵੀ ਖੁੱਲ੍ਹ ਲਿਆਂਦੀ ਜਾਵੇ ਓਨੀ ਚੰਗੀ। ਇੱਥੇ ਉੱਪਰ ਡੈਫੀਨੇਸ਼ਨ ਆਪਾਂ ਜ਼ਰੂਰ ਪੜਾਂਗੇ ਬਲਾਰਟ ਦੀ ਇੱਕ ਡੈਫੀਨੇਸ਼ਨ ਆ। ਕਹਿੰਦੇ ਆਰੰਭ ਵਿੱਚ ਸ਼ਕਲ ਅਤੇ ਹੁਨਰ ਦੀ ਕੀਮਤ ਤੇ ਹੀ ਜੋ ਹੋ ਸਕੇ ਤਾਂ ਬੱਚੇ ਨੂੰ ਜ਼ਿਆਦਾ ਕਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਅਧਿਆਪਕ ਦਾ ਪਹਿਲਾ ਕੰਮ ਜ਼ਿਆਦਾ ਤੋਂ ਜ਼ਿਆਦਾ ਖੁੱਲ੍ਹੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਬਹੁਲਤਾ ਨੂੰ ਹਾਸਲ ਕਰਨਾ ਹੈ। ਠੀਕ ਆ, ਇਹ ਚੀਜ਼ ਆ। ਇਹ ਡੈਫੀਨੇਸ਼ਨ ਤੁਸੀਂ ਮੋਟਾ ਯਾਦ ਰੱਖ ਲਿਓ, ਵੈਸੇ ਇੰਪੋਰਟੈਂਟ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਗੈਟਸੇ, ਮਹਾਤਮਾ ਗਾਂਧੀ, ਕਰੋ ਐਂਡ ਕਰੋ, ਹਨਾ, ਐਦਾਂ ਦੀਆਂ ਡੈਫੀਨੇਸ਼ਨ ਜ਼ਿਆਦਾ ਪੁੱਛੀਆਂ ਜਾਂਦੀਆਂ ਪੰਜਾਬੀ ਦੇ ਪੇਪਰ ਵਿੱਚ। ਵੈਸੇ ਇਹ ਇੰਪੋਰਟੈਂਟ ਨਹੀਂ ਹੈਗੀ। ਠੀਕ ਆ, ਇਹ ਸੀ ਆਪਣੀ ਥਿਊਰੀ। ਹੁਣ ਆਪਾਂ ਜਾਣਦੇ ਹਾਂ ਇਹਦੇ MCQ ਤੇ। ਪਹਿਲਾ ਹੈਗਾ ਵਾ ਬੱਚਾ ਭਾਸ਼ਾ ਨੂੰ ਇੱਕ ਸਾਧਨ ਵਾਂਗ ਕਿਸ ਕਾਰਜ ਲਈ ਵਰਤਦਾ ਹੈ? ਸਵੈ ਪ੍ਰਗਟਾਅ ਲਈ। ਭਾਸ਼ਾ ਸਿੱਖਿਆ ਦਾ ਬਹੁਤਾ ਕਾਰਜ ਹੁੰਦਾ ਹੈ ਮੌਖਿਕ ਕੌਸ਼ਲ ਨਾਲ। ਭਾਸ਼ਾ ਦਾ ਅਸਲ ਰੂਪ ਸ਼ਾਮਿਲ ਹੁੰਦਾ ਹੈ ਉਸ ਦੀਆਂ ਧੁਨੀਆਂ ਵਿੱਚ। ਬੱਚੇ ਦਾ ਭਾਸ਼ਾ ਗਿਆਨ ਆਰੰਭ ਹੁੰਦਾ ਹੈ ਇੱਕ ਸ਼ਬਦ ਤੋਂ। ਬੱਚਾ ਇੱਕ ਸ਼ਬਦ ਹੀ ਬੋਲਣਾ ਸਿੱਖਦਾ ਪਹਿਲਾਂ। ਬੱਚੇ ਦੇ ਭਾਸ਼ਾ ਗਿਆਨ ਦਾ ਆਧਾਰ ਹੁੰਦਾ ਹੈ ਧੁਨੀਆਂ। ਭਾਸ਼ਾ ਸੁਣਨ ਅਤੇ ਸਮਝਣ ਦੇ ਕਾਰਜ ਵਿੱਚ ਬੱਚਾ ਕੀ ਕਰਦਾ ਵਾ? ਇੱਕੋ ਸਮੇਂ ਨਾਲ ਕਰਦਾ ਹੈ। ਠੀਕ ਆ, ਭਾਸ਼ਾ ਦਾ ਅਮਲੀ ਰੂਪ ਹੈ ਮੌਖਿਕ। ਬੱਚੇ ਦੇ ਜੀਵਨ ਦੇ ਬਹੁਤੇ ਕੰਮ ਭਾਸ਼ਾ ਦੇ ਕਿਸੇ ਕੌਸ਼ਲ ਨਾਲ ਸੰਪੂਰਨ ਹੁੰਦੇ ਹਨ, ਮੌਖਿਕ। ਠੀਕ ਆ, ਵਿਚਾਰਾਂ ਦਾ ਆਦਾਨ ਪ੍ਰਦਾਨ ਭਾਸ਼ਾ ਦੇ ਕਿਸ ਕੌਸ਼ਲ ਦੁਆਰਾ ਵਧੀਆ ਹੁੰਦਾ ਹੈ? ਬੋਲਣ ਦੇ ਨਾਲ। ਠੀਕ ਆ, ਭਾਸ਼ਾ ਦੇ ਸੁਣਨ ਕੌਸ਼ਲ ਤੋਂ ਭਾਵ ਹੈ ਧੁਨੀਆਂ ਸੁਣ ਕੇ ਅਰਥ ਗ੍ਰਹਿਣ ਕਰਨੇ। ਭਾਸ਼ਾ ਸੰਮੇਲਨਾਂ, ਵਿਚਾਰ ਗੋਸ਼ਟੀਆਂ ਅਤੇ ਸੈਮੀਨਾਰਾਂ ਤੋਂ ਲਾਭ ਉਠਾਉਣ ਲਈ ਵਿਅਕਤੀ ਨੂੰ ਮਾਹਿਰ ਹੋਣਾ ਚਾਹੀਦਾ ਹੈ ਸੁਣਨ ਅਤੇ ਸਮਝਣ ਕੌਸ਼ਲ ਵਿੱਚ। ਇਹੀ ਚੀਜ਼ਾਂ ਅਸੀਂ ਥਿਊਰੀ 'ਚ ਪੜ੍ਹ ਕੇ ਆਏ ਹਾਂ। ਰਾਸ਼ਟਰੀ ਭਾਸ਼ਾ ਦੇ ਰੂਪ ਵਿੱਚ ਭਾਸ਼ਾ ਦਾ ਸਭ ਤੋਂ ਵੱਡਾ ਕਾਰਜ ਕੀ ਆ? ਰਾਸ਼ਟਰੀ ਏਕਤਾ ਉਤਪੰਨ ਕਰਨਾ। ਭਾਸ਼ਾ ਸਮਾਜ ਪ੍ਰਤੀ ਸਭ ਤੋਂ ਵੱਡਾ ਕਾਰਜ ਹੈ। ਭਾਸ਼ਾ ਸਮਾਜ ਦਾ ਗਿਆਨ ਸੁਰੱਖਿਅਤ ਰੱਖਦੀ ਹੈ। ਸਿੱਖਿਆ ਦਾ ਸਰਵੋਤਮ ਸਾਧਨ ਹੈ ਭਾਸ਼ਾ। ਭਾਸ਼ਾ ਦੇ ਮੌਖਿਕ ਗਿਆਨ ਤੋਂ ਬਿਨਾਂ ਵਿਅਕਤੀ ਨੂੰ ਕੀ ਕਿਹਾ ਜਾਵੇਗਾ? ਗੂੰਗਾ ਜਾਂ ਜੰਗਲੀ। ਜੇਕਰ ਸਿੱਖਿਆ ਤੋਂ ਭਾਵ ਜੀਵਨ ਲਈ ਤਿਆਰੀ ਹੈ ਤਾਂ ਇਸ ਲਈ ਸਭ ਤੋਂ ਪ੍ਰਮੁੱਖ ਸਾਧਨ ਹੈ ਭਾਸ਼ਾ। ਭਾਸ਼ਾ ਇੱਕ ਉਪਕਰਨ ਹੈ, ਇੱਕ ਸਾਧਨ ਹੈ ਆਨੰਦ, ਪ੍ਰਸੰਨਤਾ ਅਤੇ ਗਿਆਨ ਦਾ। ਇੱਕ ਨਿਰਦੇਸ਼ਕ ਹੈ ਰੁਚੀਆਂ ਅਤੇ ਭਾਵਨਾਵਾਂ ਦਾ। ਇਹ ਸ਼ਬਦ ਕਿਸ ਨੇ ਕਹੇ? ਰਾਏਬਰਨ ਨੇ। ਮੋਸਟ ਇੰਪੋਰਟੈਂਟ ਆ। ਠੀਕ ਆ, ਮੋਸਟ ਇੰਪੋਰਟੈਂਟ, ਇਹਨੂੰ ਤੁਸੀਂ ਜ਼ਰੂਰ ਯਾਦ ਰੱਖਣਾ। ਭਾਸ਼ਾ ਇੱਕ ਉਪਕਰਨ ਹੈ, ਇੱਕ ਸਾਧਨ ਹੈ ਆਨੰਦ ਅਤੇ ਪ੍ਰਸੰਨਤਾ ਦਾ ਅਤੇ ਗਿਆਨ ਦਾ। ਇੱਕ ਨਿਰਦੇਸ਼ਕ ਹੈ ਰੁਚੀਆਂ ਅਤੇ ਭਾਵਨਾਵਾਂ ਦਾ। ਇਹ ਸ਼ਬਦ ਕਿਸ ਨੇ ਕਹੇ? ਇਹ ਸ਼ਬਦ ਰਾਏਬਰਨ ਨੇ ਕਹੇ। ਕਿਤੇ ਉੱਥੇ ਮਹਾਤਮਾ ਗਾਂਧੀ ਨੇ ਟਿਕ ਕਰ ਆਇਓ। ਕਹਿੰਦੇ ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਅਧਿਆਪਨ ਦਾ ਕਿਹੜਾ ਢੰਗ ਅਪਣਾਉਣ ਨੂੰ ਤਰਜੀਹ ਦਿਓਗੇ? ਪ੍ਰੋਜੈਕਟ ਦਾ ਤਰੀਕਾ। ਨਾ ਹੀ ਤੁਸੀਂ ਲੈਕਚਰ ਨੂੰ ਅਹਿਮੀਅਤ ਦੇਣੀ, ਨਾ ਹੀ ਅਸੀਂ ਪ੍ਰਸ਼ਨ ਪੱਤਰ ਪ੍ਰਣਾਲੀ ਨੂੰ, ਨਾ ਹੀ ਅਸੀਂ ਪ੍ਰਦਰਸ਼ਨ ਨੂੰ। ਅਸੀਂ ਪ੍ਰੋਜੈਕਟ ਤੇ ਜਿਹੜਾ ਵਾ ਜ਼ਿਆਦਾ ਅਮਲ ਕਰਾਂਗੇ। ਠੀਕ ਹੈ, ਸੌਰੀ। ਕਹਿੰਦੇ ਆ ਵਿਦਿਆਰਥੀਆਂ ਨੂੰ ਕਲਾਸ ਵਿੱਚ ਕਿਰਿਆਸ਼ੀਲ ਅਤੇ ਸੁਚੇਤ ਕੀ ਕਰਦਾ ਹੈ? ਪੇਸ਼ਕਾਰੀ ਵਿੱਚ ਭਿੰਨਤਾ। ਆਪਣੀ ਕਲਾਸ ਵਿੱਚ ਹੌਲੀ ਸਿੱਖਣ ਵਾਲੇ ਨਾਲ ਤੁਸੀਂ ਕਿਸ ਤਰ੍ਹਾਂ ਦਾ ਵਿਵਹਾਰ ਕਰੋਗੇ? ਉਸ ਨਾਲ ਮਨੋਵਿਗਿਆਨਿਕ ਰੂਪ ਵਿੱਚ ਵਿਵਹਾਰ ਕਰੋਗੇ। ਅਧਿਆਪਕ ਸਿੱਖਣ ਪ੍ਰਣਾਲੀ ਦਾ ਮਹੱਤਵਪੂਰਨ ਤੱਤ ਹੈ ਸਿਖਿਆਰਥੀ। ਜੇਕਰ ਕੋਈ ਵਿਦਿਆਰਥੀ ਤੁਹਾਡੇ ਕੋਲੋਂ ਕਲਾਸ ਵਿੱਚ ਪ੍ਰਸ਼ਨ ਪੁੱਛ ਰਿਹਾ ਹੈ, ਤੁਸੀਂ ਉਸਦੇ ਉੱਦਮ ਦੀ ਸਹਾਰਨਾ ਕਰੋਗੇ ਅਤੇ ਉੱਤਰ ਦੀ ਵਿਆਖਿਆ ਕਰੋਗੇ। ਜਿਹੜਾ ਤੁਸੀਂ ਅੱਜ ਪੜ੍ਹਾਉਣਾ ਹੈ ਕਾਫੀ ਵਿਦਿਆਰਥੀਆਂ ਨੂੰ ਉਹ ਪਹਿਲਾਂ ਤੋਂ ਹੀ ਆਉਂਦਾ ਹੈ, ਤਾਂ ਤੁਸੀਂ ਕੀ ਕਰੋਗੇ? ਉਸ ਵਿਸ਼ੇ ਦੀ ਸਮੱਸਿਆ ਦੇ ਕੇ ਉਹਨਾਂ ਨੂੰ ਵਾਦ ਵਿਵਾਦ ਕਰਨ ਲਈ ਕਹੋਗੇ। ਬਹੁਤ ਇੰਪੋਰਟੈਂਟ ਕੁਐਸਚਨ ਆ ਕਿਉਂਕਿ ਇੱਦਾਂ ਦੇ ਹੀ ਕੁਐਸਚਨ ਸਾਨੂੰ ਪੰਜਾਬੀ ਦੇ ਵਿੱਚ ਪੁੱਛੇ ਜਾਂਦੇ ਆ।
ਵਿਦਿਆਰਥੀਆਂ ਦੀ ਸ਼ਕਤੀ ਦਾ ਉਥਾਨ ਕਰਨ ਲਈ ਅਧਿਆਪਕ ਨੂੰ ਚਾਹੀਦਾ ਹੈ। ਠੀਕ ਹੈ 24 ਦੇ ਇਹਨਾਂ ਨੇ ਚੌਥੀ ਉਪਰੋਕਤ ਸਾਰੇ ਕੰਮ, ਹਾਂ ਸਾਰੇ ਆਪਸ਼ਨ ਆਉਣੀਆਂ ਵਾ। ਉਹਨਾਂ ਨੂੰ ਫੀਲਡ ਦੇ ਕੰਮ ਲਗਾਏ, ਉਹਨਾਂ ਕੋਲ ਪ੍ਰੋਜੈਕਟ ਕੰਮ ਕਰਾਵੇ, ਉਹਨਾਂ ਨੂੰ ਵਧੇਰੇ ਲੈਬੋਰਟਰੀ ਕੰਮ ਦੇਵੇ ਤੇ ਉਪਰੋਕਤ ਸਾਰੇ ਇਹਦੇ ਵਿੱਚ ਆਉਣਗੇ। ਠੀਕ ਆ ਉਸ ਤੋਂ ਬਾਅਦ ਆ ਹੈਗਾ ਵਾ ਜੇਕਰ ਵਿਦਿਆਰਥੀ ਕਲਾਸ ਵਿੱਚ ਕਿਰਿਆਸ਼ੀਲ ਨਹੀਂ ਹੁੰਦੇ ਤਾਂ ਤੁਸੀਂ ਕੀ ਕਰੋਗੇ? ਅਸੀਂ ਉਪਰੋਕਤ ਸਾਰੇ ਹੀ ਕੰਮ ਕਰਾਂਗੇ। ਅਧਿਆਪਨ ਦੇ ਸਮਾਨ ਦੀ ਸਮੀਖਿਆ ਕਰੋਗੇ, ਪੜ੍ਹਾਉਣ ਦੇ ਢੰਗ ਬਦਲਾਂਗੇ, ਵਿਦਿਆਰਥੀ ਦੀਆਂ ਰੁਚੀਆਂ ਬਾਰੇ ਜਾਂਚ ਕਰਾਂਗੇ। ਠੀਕ ਹੈ ਜੇਕਰ ਤੁਸੀਂ ਕਿਸੇ ਵਿਦਿਆਰਥੀ ਦੁਆਰਾ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਨਹੀਂ ਜਾਣਦੇ ਤਾਂ ਫਿਰ ਤੁਸੀਂ ਕੀ ਕਰੋਗੇ? ਆਹ ਕੁਐਸਚਨ ਸਾਡੇ ਪੇਪਰ ਵਿੱਚ ਪੁੱਛਿਆ ਜਾ ਚੁੱਕਾ ਵਾ। ਕੀ ਅਸੀਂ ਕਰਾਂਗੇ? ਉੱਤਰ ਦੱਸਣ ਲਈ ਕਿਤਾਬਾਂ ਜਾਂ ਮਾਹਿਰਾਂ ਨਾਲ ਸਲਾਹ ਕਰੋਗੇ। ਠੀਕ ਹੈ ਫਿਰ ਕਹਿੰਦੇ ਆ ਵਿਦਿਆਰਥੀਆਂ ਨੂੰ ਪ੍ਰੀਖਿਆ ਲਈ ਤਿਆਰ ਕਰਨ ਦਾ ਸਰਵੋਤਮ ਢੰਗ ਹੈ ਉਹਨਾਂ ਲਈ ਵਿਸ਼ਾਲ ਗਿਆਨ ਦਾ ਆਧਾਰ ਮੁਹੱਈਆ ਕਰਵਾਉਣਾ, ਆਪਸ਼ਨ ਤੀਜੀ। ਠੀਕ ਹੈ ਵਿਦਿਆਰਥੀਆਂ ਨੂੰ ਸਜ਼ਾ ਦਿੰਦੇ ਸਮੇਂ ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਕੀ ਕਰੋਗੇ? ਇਸ ਲਈ ਸਹਿਮਤ ਹੋਵੋਗੇ ਕਿ ਇਹ ਵਿਦਿਆਰਥੀਆਂ ਲਈ ਲਾਭਦਾਇਕ ਹੈ। ਠੀਕ ਹੈ ਇੱਕ ਨਹੀਂ ਆਪਾਂ ਇਹਦਾ ਆਨਸਰ ਚੈੱਕ ਕਰ ਲੈਂਦੇ ਹਾਂ 28 ਦਾ 2। ਤੁਸੀਂ ਇਸ ਲਈ ਸਹਿਮਤ ਹੋਵੋਗੇ ਕਿ ਇਹ ਵਿਦਿਆਰਥੀਆਂ ਲਈ ਲਾਭਦਾਇਕ ਹੈ। ਮੈਨੂੰ ਕੁਝ ਲੱਗ ਰਿਹਾ, 1 ਮਿੰਟ ਆਪਾਂ ਸਾਰੇ ਆਪਸ਼ਨ ਪੜ੍ਹਦੇ ਹਾਂ। ਆਪਣੇ ਆਪ ਨਾਲ ਸਹਿਮਤ ਹੋਵੋਗੇ, ਇਸ ਨੂੰ ਆਪਣਾ ਅਧਿਕਾਰ ਸਮਝੋਗੇ, ਨਹੀਂ ਇਹ ਵੀ ਆਪਸ਼ਨ ਗਲਤ ਆ, ਪਹਿਲੀ ਵੀ ਗਲਤ ਆ। ਆਪਣੇ ਆਪ ਨਾਲ ਸਹਿਮਤ ਹੋਵੋਗੇ ਕਿਉਂਕਿ ਤੁਸੀਂ ਸਮਝਦੇ ਹੋ ਕਿ ਵਿਦਿਆਰਥੀ ਗਲਤ ਵਿਵਹਾਰ ਨਾ ਕਰਨ। ਠੀਕ ਹੈ ਨਹੀਂ ਦੂਜੀ ਆਪਸ਼ਨ ਹੀ ਸਹੀ ਆਊਗੀ। ਠੀਕ ਹੈ ਦੂਜੀ ਆਪਸ਼ਨ ਹੀ ਇਹਦੀ ਸਹੀ ਆ। ਇੱਕ ਅਧਿਆਪਕ ਵਿਦਿਆਰਥੀਆਂ ਵਿੱਚ ਤਾਂ ਹੀ ਹਰਮਨ ਪਿਆਰਾ ਹੋ ਸਕਦਾ ਹੈ ਜੇਕਰ ਉਹ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੇ ਅਤੇ ਉਹਨਾਂ ਨੂੰ ਉਤਸ਼ਾਹਿਤ ਕਰੇ। ਉਸ ਤੋਂ ਬਾਅਦ ਲਾਸਟ ਆ ਇੱਕ ਚੰਗਾ ਅਧਿਆਪਕ ਆਪਣੀ ਸਿੱਖਿਆ ਨੂੰ ਅਨੁਕੂਲ ਬਣਾਉਂਦਾ ਹੈ ਬੱਚਿਆਂ ਦੀਆਂ ਮਾਨਸਿਕ ਜ਼ਰੂਰਤਾਂ ਦੇ ਅਨੁਕੂਲ। ਇਹ ਸੀ ਸਾਡਾ ਤੀਜਾ ਚੈਪਟਰ ਤੇ ਬਹੁਤ ਹੀ ਵਧੀਆ MCQ ਸੀ। ਇਸ ਤੋਂ ਬਾਅਦ ਆਪਾਂ ਵੇਖ ਲੈਂਦੇ ਹਾਂ ਕਿ ਸਾਡਾ ਚੌਥਾ ਚੈਪਟਰ ਕਿਹੜਾ ਵਾ। ਚੌਥਾ ਚੈਪਟਰ ਸਾਡਾ ਹੈਗਾ ਵਾ ਮੌਖਿਕ ਤੇ ਲਿਖਤ ਕਾਰਜ। ਇਸ ਤੋਂ ਪਹਿਲਾਂ ਆਪਾਂ ਬੋਲਚਾਲ ਤੇ ਸੁਣਨ ਵਾਲਾ ਚੈਪਟਰ ਪੜ੍ਹਿਆ। ਠੀਕ ਹੈ ਇਹਦੇ ਵਿੱਚ ਵੀ ਬਹੁਤ ਇੰਪੋਰਟੈਂਟ ਡੈਫੀਨੇਸ਼ਨ ਆਉਂਦੀਆਂ ਵਾ ਤੇ ਇਹ ਚੈਪਟਰ ਆਪਾਂ ਕਰਾਂਗੇ ਅਗਲੀ ਵੀਡੀਓ ਦੇ ਵਿੱਚ। ਕਲਾਸ ਵਧੀਆ ਲੱਗੇ ਤੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਇਸ ਬੁੱਕ ਦੀ PDF ਤਿਆਰ ਪਈ ਆ ਤੇ ਕੱਲ ਆ ਸੰਡੇ ਤੇ ਕੱਲ ਮੈਂ ਟੈਲੀਗ੍ਰਾਮ ਤੇ ਭੇਜ ਦੇਣੀ ਆ। ਜਿਨ੍ਹਾਂ ਬੱਚਿਆਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ, ਮੇਰਾ ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ, ਤੁਸੀਂ ਉੱਥੇ ਜਾ ਕੇ ਜੁਆਇਨ ਕਰ ਲੈਣਾ ਤੇ ਉੱਥੇ ਤੁਹਾਨੂੰ ਮੈਂ ਜੋ ਵੀ ਕਲਾਸ ਦੇ ਵਿੱਚ ਮਟੀਰੀਅਲ ਕਰਵਾਉਣੀ ਹੈ ਕਿਸੇ ਵੀ ਵਿਸ਼ੇ ਦਾ ਤੇ ਉਹਦੀ PDF ਜਿਹੜੀ ਆ ਉਸ ਟੈਲੀਗ੍ਰਾਮ ਚੈਨਲ ਤੇ ਭੇਜੀ ਜਾਂਦੀ ਆ। ਸੋ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।